ਸੈਣੇ ਦੀ ਵੋਟ ਬਹੁਤ ਜ਼ਿਆਦਾ ਗਈ ਜਦੋਂ ਪੰਚਾਇਤਾਂ ਭੰਗ ਕਰਨ ਦਾ ਰੌਲਾ ਚੱਲਿਆ, ਪੰਚਾਇਤਾਂ ਭੰਗ ਕਰਨ ਦੇ ਨੋਟਿਸ ਆਏ ਤੁਹਾਡੇ ਕੋਲ, ਤਾਂ ਸੈਣੇ ਦਾ ਕੰਮਕਾਰ ਤਾਂ ਸਾਰੇ ਠੱਪ ਹੋ ਗਿਆ ਹੋਣਾ। ਸੋ ਮੈਨੂੰ ਤਾਂ 2 ਮਹੀਨੇ ਪਹਿਲਾਂ ਹੀ ਸਸਪੈਂਡ ਕਰ ਦਿੱਤਾ ਗਿਆ ਸੀ। ਕਾਰਨ ਤੁਹਾਡੇ ਸਾਰਿਆਂ ਦੇ ਸਾਹਮਣੇ ਆ। ਸੋ ਅੱਜ ਇੱਥੇ ਜਿਹੜੇ ਫੈਸਲੇ ਹੋ ਰਹੇ ਆ, ਫੈਸਲੇ ਕਿਸ ਢੰਗ ਨਾਲ ਹੋ ਰਹੇ ਦੇਖਣ ਦੀ ਲੋੜ ਹੈ। ਹਾਸੋਹੀਣ ਫੈਸਲੇ, ਜਿਵੇਂ ਇੱਕ ਕਹਿ ਦਈਏ ਮਜ਼ਾਕ ਭੰਡਾਂ ਵਾਲੇ ਫੈਸਲੇ। ਅਸੀਂ ਕੋਈ ਧੱਕੇ ਨਾਲ ਤਾਂ ਕਿਤੇ ਬੈਠ ਨਹੀਂ ਗਏ, ਆ ਕੇ ਵੀ ਕੁਰਸੀ ਖਿੱਚ ਕੇ ਲਈ ਬੈਠ ਗਏ। ਅਸੀਂ ਕੋਈ ਐਮਐਲਏ ਨੇ ਨਹੀਂ ਸਾਨੂੰ ਚੁਣਤਾ, ਸਾਨੂੰ ਕਿਸੇ ਸਰਕਾਰ ਨੇ ਨਹੀਂ ਹੱਥ ਰੱਖਿਆ। ਜੇ ਤੁਹਾਨੂੰ ਲੋਕ ਚੁਣਦੇ ਆ ਤਾਂ ਸਾਨੂੰ ਵੀ ਲੋਕਾਂ ਨੇ ਚੁਣਿਆ। ਤਾਂ ਤੁਹਾਡੇ ਕੋਲੇ ਕਿਸ ਤਰ੍ਹਾਂ ਅਧਿਕਾਰ ਆ ਗਿਆ ਵੀ ਸਾਨੂੰ ਭੰਗ ਕਰ ਦਿਓ, ਸਾਨੂੰ ਖਾਰਜ ਕਰ ਦਿਓ। ਰਾਜਪਾਲ ਨੇ ਇੱਕ ਧਮਕੀ ਦਿੱਤੀ ਕਿ ਮੈਂ ਪੰਜਾਬ ਸਰਕਾਰ ਨੂੰ ਭੰਗ ਕਰ ਦਾਂਗਾ, ਇੱਥੇ ਜੰਗਲ ਰਾਜ ਹੋ ਗਿਆ। ਤਾਂ ਕਿਵੇਂ ਮੱਚ ਉੱਠੇ, ਕਿਵੇਂ ਟੱਪ ਉੱਠੇ। ਕਾਂਗਰਸ ਵਾਲਿਆਂ ਨੇ ਵੀ ਬਿਆਨ ਦਿੱਤਾ ਕਿ ਅਸੀਂ ਰਾਸ਼ਟਰਪਤੀ ਰਾਜ ਦੇ ਹਮਾਇਤੀ ਨਹੀਂ ਹੈਗੇ, ਤੇ ਉਸ ਤੋਂ ਬਾਅਦ ਅਕਾਲੀ ਦਲ ਨੇ ਵੀ ਅਜਿਹੇ ਬਿਆਨ ਦਿੱਤੇ। ਅਜਿਹਾ ਕੁਝ ਸਾਰੀ ਪਾਰਟੀਆਂ ਨੇ ਜਵਾਬ ਦਿੱਤਾ। ਜਿੱਥੇ ਤੱਕ ਤੁਸੀਂ ਕਿਹਾ ਵੀ ਕਾਂਗਰਸ ਇਸ ਦਾ ਵਿਰੋਧ ਕਰੂਗੀ ਜਾਂ ਹੋਰ ਵਿਰੋਧ ਕਰੂ, ਤੇ ਰਾਸ਼ਟਰਪਤੀ ਜਿਹੜਾ ਰਾਜ ਆ ਪਿੱਛੇ ਸਮੇਂ ਤੁਸੀਂ ਦੇਖਿਆ ਕਿਹੋ ਜਿਹਾ ਸੀਗਾ, ਪੰਜਾਬ ਵਾਸਤੇ ਘਾਤਕ ਸਾਬਤ ਹੋਇਆ। ਹੁਣ ਦੱਸੋ ਇੱਥੇ ਆਪ ਵਿੱਚ ਦੀ ਖੇਪੜਦੇ ਆ ਕਾਂਗਰਸੀ ਤੇ ਆਮ ਆਦਮੀ ਪਾਰਟੀ ਵਾਲੇ। ਤੋਂ ਅੱਜ ਉਹਨਾਂ ਦੀ ਮਜਬੂਰੀ ਬਣ ਗਈ, ਲੋਕ ਸਭਾ ਚੋਣਾਂ ਇਹ ਦੋਨੇ ਪਾਰਟੀਆਂ ਇਕੱਠੇ ਹੋ ਕੇ ਲੜਨਗੀਆਂ। ਰਾਜਾ ਬੜਿੰਗ ਸਪੀਚ ਦਿੰਦੇ ਨੇ, ਉਹ ਤਾਂ ਇਹ ਲੱਗਦਾ ਹੁੰਦਾ ਕਿ ਵੀ ਹੁਣ ਵੀ ਗਏ ਤੇ ਹੁਣ ਵੀ ਗਏ। ਰਾਜਾ ਬੜਿੰਗ ਤਾਂ ਇਹਨਾਂ ਨਾਲ ਸਾਰੀ ਫਰੈਂਡਲੀ ਗੇਮ ਖੇਲਦਾ। ਰਾਜਾ ਬੜਿੰਗ ਦਾ ਕੋਈ ਬਿਆਨ ਦੇਖਿਆ ਆਮ ਆਦਮੀ ਦੀ ਪਾਰਟੀ ਦੇ ਖਿਲਾਫ? ਇੰਡੋਜ਼ ਟੀਵੀ ਦੇ ਨਾਲ ਇੱਕ ਵਾਰ ਫੇਰ ਜੁੜ ਚੁੱਕੇ ਹੋ ਤੁਸੀਂ, ਤਾਂ ਮੈਂ ਹਾਂ ਹਰਜਿੰਦਰ ਸਿੰਘ ਢਿੱਲੋਂ। ਇਸ ਵਕਤ ਅਸੀਂ ਗੱਲ ਕਰਾਂਗੇ ਪੰਜਾਬ ਦੇ ਉਸ ਮੁੱਦੇ ਦੀ ਜਿਸ ਮੁੱਦੇ ਦੀ ਕਾਫੀ ਚਰਚਾ ਰਹੀ। ਜੀ ਹਾਂ, ਕਦੇ ਪੰਜਾਬ ਦੇ ਵਿੱਚ ਮੁੱਖ ਮੰਤਰੀ ਵਰਸਸ ਗਵਰਨਰ ਹੁੰਦੇ ਰਹੇ, ਤੇ ਕਦੇ ਜੇਕਰ ਗੱਲ ਕੀਤੀ ਜਾਵੇ ਤਾਂ ਪੰਚਾਇਤਾਂ ਵਰਸਸ ਸਰਕਾਰ ਹੋਈ ਆ। ਇਸੇ 'ਤੇ ਫੈਸਲਾ ਹੋਇਆ ਕੱਲ੍ਹ ਦੇਰ ਕਿ ਪੰਚਾਇਤਾਂ ਨੂੰ ਦੁਬਾਰਾ ਤੋਂ ਬਹਾਲ ਕਰ ਦਿੱਤਾ ਗਿਆ, ਤੇ ਉਸ ਤੋਂ ਬਾਅਦ ਸਰਕਾਰ ਦਾ ਯੂ ਟਰਨ ਲਿਆ ਗਿਆ ਕਿ ਇੱਕ ਡਾਇਰੈਕਟਰ ਤੇ ਇੱਕ ਸਕੱਤਰ ਆ ਜਿਹੜਾ ਉਸ ਨੂੰ ਜਿਹੜਾ ਕਿ ਲਾਂਭੇ ਕਰ ਦਿੱਤਾ ਗਿਆ। ਅਜਿਹਾ ਕੁਛ ਆ ਜਿਹੜਾ ਕਿ ਉਹ ਸੁਣਨ ਨੂੰ ਮਿਲਿਆ। ਅਖਬਾਰਾਂ ਦੀਆਂ ਸੁਰਖੀਆਂ ਬਣੀਆਂ ਖਬਰਾਂ ਤੇ ਸੋਸ਼ਲ ਮੀਡੀਆ ਭਰਿਆ ਇਹਨਾਂ ਖਬਰਾਂ ਦੇ ਨਾਲ ਸਭ ਕੁਛ ਦਰਸਾ ਰਿਹਾ। ਸਾਡੇ ਨਾਲ ਇਸ ਵਕਤ ਸੁਖਵਿੰਦਰ ਸਿੰਘ ਕਲਕੱਤਾ ਮੌਜੂਦ ਨੇ, ਸੈਣਾ ਤੋਂ, ਜਿਹੜੇ ਕਿ ਸਰਪੰਚੀ ਕਰਦੇ ਨੇ ਤੇ ਦੇਖਦੇ ਨੇ। ਕਾਫੀ ਰੌਲਾ ਚੱਲਿਆ ਸਰਪੰਚ ਦੇ ਨਾਲ। ਵਿਧਾਇਕ ਲਾਭ ਸਿੰਘ ਉਗੋਕੇ ਦਾ ਤਾਂ ਅਸੀਂ ਗੱਲਬਾਤ ਕਰਾਂਗੇ। ਸਵਾਗਤ ਕਰਦੇ ਹਾਂ ਬਾਈ, ਬਹੁਤ ਬਹੁਤ ਸਵਾਗਤ ਆ। ਸਤਿ ਸ਼੍ਰੀ ਅਕਾਲ। ਧੰਨਵਾਦ ਜੀ। ਤੁਸੀਂ ਇੰਡੋਜ਼ ਟੀਵੀ ਸਾਡੇ ਅੱਜ ਪਿੰਡ ਪਹੁੰਚੀ ਹੈ ਜੀ, ਤੇ ਉਹ ਪੰਚਾਇਤਾਂ ਦੀਆਂ ਸਮੱਸਿਆਵਾਂ 'ਤੇ ਗੱਲ ਕਰਨ ਵਾਸਤੇ, ਤੇ ਤੁਹਾਨੂੰ ਜੀ ਆਇਆਂ ਕਹਿੰਦੇ ਆ। ਤੁਹਾਡੇ ਜਿੰਨੇ ਸਰੋਤੇ ਆ ਉਹਨਾਂ ਦਾ ਬੜਾ ਅਦਬ ਤੇ ਸਤਿਕਾਰ। ਜੀ ਸ਼ੁਕਰੀਆ ਬਾਈ। ਆਪਾਂ ਸ਼ੁਰੂਆਤ ਇੱਥੋਂ ਕਰ ਲਈਏ ਸਰਪੰਚ ਸਾਹਿਬ ਕਿ ਸੈਣੇ ਦੀ ਵੋਟ ਬਹੁਤ ਜ਼ਿਆਦਾ ਗਈ ਜਦੋਂ ਪੰਚਾਇਤਾਂ ਭੰਗ ਕਰਨ ਦਾ ਰੌਲਾ ਚੱਲਿਆ, ਪੰਚਾਇਤਾਂ ਭੰਗ ਕਰਨ ਦੇ ਨੋਟਿਸ ਆਏ ਤੁਹਾਡੇ ਕੋਲ, ਤਾਂ ਸੈਣੇ ਦਾ ਕੰਮਕਾਰ ਤਾਂ ਸਾਰੇ ਠੱਪ ਹੋ ਗਿਆ ਹੋਣਾ। ਦੇਖੋ, ਆਲਰੇਡੀ ਜਿਹੜਾ ਪੰਚਾਇਤਾਂ ਨੂੰ ਭੰਗ ਕੀਤਾ ਗਿਆ, ਇਹ ਸੰਵਿਧਾਨ ਦੇ ਵਿਰੁੱਧ ਫੈਸਲਾ ਕੀਤਾ ਗਿਆ ਸੀ। ਸੋ ਜਿਸ ਤਰ੍ਹਾਂ ਤੁਸੀਂ ਦੱਸਿਆ ਵੀ ਸੈਣਾ ਪਿੰਡ ਸਭ ਤੋਂ ਵੱਡਾ ਵੋਟ ਆ, ਪੰਜਾਬ ਸਭ ਤੋਂ ਵੱਡੀ 11,500 ਵੋਟ ਆ, ਇੱਕੋ ਹੀ ਗ੍ਰਾਮ ਪੰਚਾਇਤ ਆ। ਪਿੰਡ ਦਾ ਖੇਤਰਫਲ ਵੀ ਬਹੁਤ ਵੱਡਾ। ਸੋ ਇੱਥੇ ਸੰਵਿਧਾਨਕ ਤੌਰ 'ਤੇ ਮੇਰੇ ਮਾਤਾ ਜੀ ਸਰਪੰਚ ਨੇ, ਮੈਂ ਚਿਹਰਾ ਬਣਾ ਕੇ ਅੱਗੇ ਲੜਿਆ ਸੀ ਕਿਉਂਕਿ ਜਰਨਲ ਲੇਡੀਜ਼ ਰਿਜ਼ਰਵ ਸੀਗਾ। ਸੋ ਮੈਨੂੰ ਤਾਂ 2 ਮਹੀਨੇ ਪਹਿਲਾਂ ਹੀ ਸਸਪੈਂਡ ਕਰ ਦਿੱਤਾ ਗਿਆ ਸੀ। ਕਾਰਨ ਤੁਹਾਡੇ ਸਾਰਿਆਂ ਦੇ ਸਾਹਮਣੇ ਆ। ਬਿਲਕੁਲ। ਸੋ ਜੇ ਅਸੀਂ ਧੌਣ ਉੱਚੀ ਕਰਕੇ ਆਪਦੇ ਪਿੰਡ ਦੀ ਆਵਾਜ਼, ਆਪਦੇ ਲੋਕਾਂ ਦੀ ਆਵਾਜ਼, ਆਪਦੇ ਮਜ਼ਦੂਰਾਂ ਗਰੀਬਾਂ ਦੀ ਆਵਾਜ਼ ਬਣ ਰਹੇ ਆ, ਸਰਕਾਰ ਮੂਹਰੇ ਸੀਨਾ ਤਾਣ ਕੇ ਖੜ ਰਹੇ ਆ, ਸੋ ਉਸ ਦੀਆਂ ਸਾਨੂੰ ਪੰਚਾਇਤਾਂ ਨੂੰ ਸਜ਼ਾਵਾਂ ਦਿੱਤੀਆਂ ਗਈਆਂ। ਸੋ ਇਹ ਦੇਖੋ, ਇਹ ਕੋਈ ਪਰਪੱਕਤਾ ਨਾਲ ਲਿਆ ਵਾ ਫੈਸਲਾ ਤਾਂ ਹੈ ਨਹੀਂ ਸੀਗਾ ਭਗਵੰਤ ਮਾਨ ਸਰਕਾਰ ਦਾ। ਸੋ ਪੰਜਾਬ ਗੁਰੂਆਂ ਪੀਰਾਂ ਦੀ ਧਰਤੀ ਹੈ। ਸਮੁੱਚੀ ਦੁਨੀਆ ਨਾ ਪੰਜਾਬੀਆਂ ਨੂੰ ਫੋਲੋ ਕਰਦੀ ਹੈ, ਦੇਖਦੀ ਹੈ, ਚਾਹੇ ਸਟੇਟ ਬਹੁਤ ਛੋਟੀ ਹੈ। ਤੇ ਮੈਂ ਤਾਂ ਇੰਡੀਆ 'ਚ ਇਹ ਸਮਝਦਾ, ਹਿੰਦੁਸਤਾਨ 'ਚ ਪੰਜਾਬੀ ਸਿੱਖ ਜਿੱਥੇ ਖੜਦਾ ਉਸ ਨੂੰ ਸਮੁੱਚਾ ਵਰਲਡ ਕੀ ਸਮੁੱਚਾ ਹਿੰਦੁਸਤਾਨ ਫੋਲੋ ਕਰਦਾ। ਸੋ ਅੱਜ ਇੱਥੇ ਜਿਹੜੇ ਫੈਸਲੇ ਹੋ ਰਹੇ ਆ, ਫੈਸਲੇ ਕਿਸ ਢੰਗ ਨਾਲ ਹੋ ਰਹੇ ਆ ਦੇਖਣ ਦੀ ਲੋੜ ਹੈ। ਹਾਸੋਹੀਣ ਫੈਸਲੇ, ਜਿਵੇਂ ਇੱਕ ਕਹਿ ਦਈਏ ਮਜ਼ਾਕ ਭੰਡਾਂ ਵਾਲੇ ਫੈਸਲੇ ਲੈ ਲਿਆ ਦੂਸਰੇ ਦਿਨ ਉਸ ਨੂੰ ਵਾਪਸ ਲੈ ਲੈਂਦੇ ਆ। ਸੋ ਇਸ ਤਰ੍ਹਾਂ ਸਰਕਾਰਾਂ ਚੱਲਦੀਆਂ। ਐਡਾ ਤੁਹਾਡੇ ਕੋਲੇ ਧਨ ਬਲ, ਐਡੀ ਅਫਸਰਸ਼ਾਹੀ,
ਤੁਸੀਂ ਇਹ ਜਿਹੜੇ ਫੈਸਲੇ ਲੈਂਦੇ ਹੋ ਕੀ ਸੋਚ ਕੇ ਲੈਂਦੇ ਹੋ? ਪੰਜਾਬ ਦੇ ਕਹਿੰਦੇ ਆ ਲੋਕ ਰਾਜ ਦੀ ਮੁੱਢਲੀ ਆ ਪੰਚਾਇਤ। ਪੰਚਾਇਤ ਤੋਂ ਕਿਸੇ ਦੇਸ਼ ਦਾ ਨਾ ਡੈਮੋਕ੍ਰੇਸੀ ਸ਼ੁਰੂ ਹੁੰਦੀ ਹੈ, ਇੱਥੋਂ ਲੋਕਾਂ ਤੋਂ। ਅਸੀਂ ਲੋਕਾਂ ਦੇ ਚੁਣੇ ਵੇ ਹਾਂ। ਅਸੀਂ ਕੋਈ ਧੱਕੇ ਨਾਲ ਤਾਂ ਕਿਤੇ ਬੈਠ ਨਹੀਂ ਗਏ ਆ ਕੇ ਵੀ ਕੁਰਸੀ ਖਿੱਚ ਕੇ ਲਈ ਬੈਠ ਗਏ। ਅਸੀਂ ਕੋਈ ਐਮਐਲਏ ਨੇ ਨਹੀਂ ਸਾਨੂੰ ਚੁਣਤਾ, ਸਾਨੂੰ ਕਿਸੇ ਸਰਕਾਰ ਨੇ ਨਹੀਂ ਹੱਥ ਰੱਖਿਆ। ਕਾਂਗਰਸ ਦੀ ਸਰਕਾਰ ਸੀ ਜਦੋਂ ਮੈਂ ਇਲੈਕਸ਼ਨ ਲੜਿਆ ਸੀ ਨਾ, ਮੇਰੇ ਵਿਰੁੱਧ ਕਾਂਗਰਸੀ ਸਰਪੰਚ ਖੜੇ ਕਰਕੇ ਗਏ ਸੀ। ਸੋ ਕੁੱਲ ਭਾਵ ਵੀ ਅਸੀਂ ਲੋਕਾਂ ਦੇ ਚੁਣੇ ਵੇ ਹਾਂ। ਜੇ ਤੁਹਾਨੂੰ ਲੋਕ ਚੁਣਦੇ ਆ ਤਾਂ ਸਾਨੂੰ ਵੀ ਲੋਕਾਂ ਨੇ ਚੁਣਿਆ ਨਾ। ਤਾਂ ਤੁਹਾਡੇ ਕੋਲੇ ਕਿਸ ਤਰ੍ਹਾਂ ਅਧਿਕਾਰ ਆ ਗਿਆ ਵੀ ਸਾਨੂੰ ਭੰਗ ਕਰ ਦਿਓ, ਸਾਨੂੰ ਖਾਰਜ ਕਰ ਦਿਓ? ਫਿਰ ਤਾਂ ਇਹੀ ਗੱਲ ਹੋ ਗਈ ਵੀ ਵੱਡੀ ਮਛਲੀ ਜਿਹੜੀ ਛੋਟੀ ਨੂੰ ਖਾਂਦੀ ਆ ਉਹ ਹੋ ਹੀ ਜਾ ਰਿਹਾ। ਫਿਰ ਦੱਸੋ ਤੁਹਾਨੂੰ ਇਸ ਗੱਲ ਦਾ ਦੁੱਖ ਨਹੀਂ ਲੱਗੇਗਾ? ਰਾਜਪਾਲ ਨੇ ਇੱਕ ਧਮਕੀ ਦਿੱਤੀ ਵੀ ਮੈਂ ਪੰਜਾਬ ਸਰਕਾਰ ਨੂੰ ਭੰਗ ਕਰ ਦਾਂਗਾ, ਇੱਥੇ ਜੰਗਲ ਰਾਜ ਹੋ ਗਿਆ, ਕੋਈ ਕਾਨੂੰਨ ਦਾ ਰਾਜ ਨਹੀਂ ਰਿਹਾ, ਲੁੱਟਾਂ ਖੋਹਾਂ ਨਸ਼ਾ ਕਤਲੋ ਗਾਰਤ ਹੋ ਰਹੀ ਹੈ ਇੱਥੇ, ਵੀ ਮੈਂ ਸਰਕਾਰ ਭੰਗ ਕਰ ਦਿਆਂਗਾ। ਤਾਂ ਕਿਵੇਂ ਮੱਚ ਉੱਠੇ, ਕਿਵੇਂ ਟੱਪ ਉੱਠੇ। ਸੋ ਕੁੱਲ ਮਿਲਾ ਕੇ ਜਿਹੜੇ ਹੱਕ ਆ ਨਾ, ਹੱਕ ਅਨੁਸਾਰ ਚੱਲਿਆ ਜਾਵੇ। ਸਰਪੰਚ ਸਾਹਿਬ ਤੁਸੀਂ ਕਿਹਾ ਕਿ ਗਵਰਨਰ ਨੇ ਧਮਕੀ ਦਿੱਤੀ ਕਿ ਰਾਸ਼ਟਰਪਤੀ ਰਾਜ ਲਾਗੂ ਕਰ ਦੇਵਾਂਗੇ, ਪੰਜਾਬ ਸਰਕਾਰ ਨੂੰ ਭੰਗ ਕਰ ਦੇਵਾਂਗੇ। ਰਾਸ਼ਟਰਪਤੀ ਰਾਜ ਜਿਹੜਾ ਲੱਗਣਾ ਉਸ ਦੇ ਖਿਲਾਫ ਤਾਂ ਸਾਰੀਆਂ ਪਾਰਟੀਆਂ ਨੇ, ਕਾਂਗਰਸ ਵਾਲਿਆਂ ਨੇ ਵੀ ਬਿਆਨ ਦਿੱਤਾ ਕਿ ਅਸੀਂ ਰਾਸ਼ਟਰਪਤੀ ਰਾਜ ਦੇ ਹਮਾਇਤੀ ਨਹੀਂ ਹੈਗੇ, ਤੇ ਉਸ ਤੋਂ ਬਾਅਦ ਅਕਾਲੀ ਦਲ ਨੇ ਵੀ ਅਜਿਹੇ ਬਿਆਨ ਦਿੱਤੇ। ਅਜਿਹਾ ਕੁਛ ਸਾਰੀ ਪਾਰਟੀਆਂ ਨੇ ਜਵਾਬ ਦਿੱਤਾ, ਪਰ ਸਰਕਾਰ ਕਿੱਥੇ ਜੇ ਖੜੀ ਦੇਖਦੇ ਹੋ? ਕਿਉਂਕਿ ਸਰਕਾਰ ਆ ਜਿਹੜੀ ਪੰਜਾਬ ਦੀ, ਉਸਨੇ ਇੱਕ ਨਹੀਂ ਅਨੇਕਾਂ ਫੈਸਲੇ ਜਿਹੜੇ ਕਿ ਵਾਪਸ ਲਏ ਨੇ। ਪਹਿਲਾਂ ਉਹਨਾਂ ਨੂੰ ਲਾਗੂ ਕਰਿਆ, ਫਿਰ ਉਹਨਾਂ ਨੂੰ ਵਾਪਸ ਲਿਆ ਗਿਆ। ਮੈਨੂੰ ਭੰਗ ਕਰਤਾ, ਮੈਨੂੰ ਸਸਪੈਂਡ ਕਰਤਾ, ਪੰਜਾਬ ਦੀਆਂ 13,000 ਪੰਚਾਇਤਾਂ ਭੰਗ ਕਰਤੀਆਂ। ਪੈਰਲਲ ਤੌਰ ਤੇ ਖੜਾ ਕਰਕੇ ਦੇਖੋ ਨਾ ਦੁੱਖ, ਸਾਨੂੰ ਵੀ ਓਡਾ ਦੁੱਖ ਲੱਗਦਾ ਨਾ। ਤੁਸੀਂ ਇਲੈਕਟਡ ਬੋਡੀ ਹੋ, ਤੁਸੀਂ ਐਮਐਲਏ ਐਮਪੀ ਹੋ, ਜੇ ਤੁਹਾਨੂੰ ਰਾਜਪਾਲ ਭੰਗ ਕਰਦਾ ਤੁਹਾਨੂੰ ਕਿੱਡਾ ਦੁੱਖ ਲੱਗੇ। ਤੇ ਸਾਡਾ ਦੁੱਖ ਤੁਸੀਂ ਸਮਝ ਨਹੀਂ ਰਹੇ। ਸੋ ਮੇਰਾ ਕਹਿਣ ਦਾ ਭਾਵ ਇਹ ਸੀ, ਜਿੱਥੇ ਤੱਕ ਤੁਸੀਂ ਕਿਹਾ ਵੀ ਕਾਂਗਰਸ ਇਸ ਦਾ ਵਿਰੋਧ ਕਰੂਗੀ ਜਾਂ ਹੋਰ ਵਿਰੋਧ ਕਰੂ, ਤੇ ਰਾਸ਼ਟਰਪਤੀ ਜਿਹੜਾ ਰਾਜ ਆ ਪਿੱਛੇ ਸਮੇਂ ਤੁਸੀਂ ਦੇਖਿਆ ਕਿਹੋ ਜਿਹਾ ਸੀਗਾ, ਪੰਜਾਬ ਵਾਸਤੇ ਘਾਤਕ ਸਾਬਤ ਹੋਇਆ। ਸੋ ਕਾਂਗਰਸ ਦਾ ਲੈ ਲਓ ਤੁਸੀਂ। ਸੋ ਮੈਂ ਤਾਂ ਜਿਹੜੀ ਰਾਜਨੀਤੀ ਹੈ ਨਾ ਆਉਣ ਵਾਲੇ ਸਮੇਂ ਪੰਜਾਬ ਦੀ, ਸੋ ਬੜੀ ਮਤਲਬ ਡਾਊਨਫਾਲ 'ਤੇ ਜਾ ਰਹੀ ਆ, ਇੰਡੀਆ ਦੀ ਵੀ ਪੰਜਾਬ ਦੀ ਵੀ। ਹੁਣ ਦੱਸੋ ਇੱਥੇ ਆਪ ਵਿੱਚ ਦੀ ਖੇਬੜਦੇ ਆ ਕਾਂਗਰਸੀ ਤੇ ਆਮ ਆਦਮੀ ਪਾਰਟੀ ਵਾਲੇ। ਤੋ ਅੱਜ ਉਹਨਾਂ ਦੀ ਮਜਬੂਰੀ ਬਣ ਗਈ, ਲੋਕ ਸਭਾ ਚੋਣਾਂ ਇਹ ਦੋਨੇ ਪਾਰਟੀਆਂ ਇਕੱਠੇ ਹੋ ਕੇ ਲੜਨਗੀਆਂ। ਤਾਂ ਉਦੋਂ ਦੇਖਣ ਵਾਲੀ ਇਹ ਕੰਡੀਸ਼ਨ ਹੋਊਗੀ ਵੀ ਸੁਖਪਾਲ ਸਿੰਘ ਖਹਿਰਾ ਕਿੱਥੇ ਸਟੈਂਡ ਕਰਦਾ, ਪ੍ਰਤਾਪ ਸਿੰਘ ਬਾਜਵਾ ਕਿੱਥੇ ਸਟੈਂਡ ਕਰਦਾ। ਸੋ ਦੋਨਾਂ ਦੇ ਵਿਚਾਰ ਮਿਲਦੇ ਆ ਦੋਨਾਂ ਪਾਰਟੀਆਂ ਦੇ। ਪਰ ਕਾਂਗਰਸ ਤਾਂ ਕਹਿੰਦੀ ਅਸੀਂ ਪੰਜਾਬ ਦੇ ਵਿੱਚ ਕਦੇ ਵੀ ਅਲਾਇੰਸ ਨਹੀਂ ਕਰਾਂਗੇ, ਕਦੇ ਵੀ ਅਸੀਂ ਰਲ ਕੇ ਨਹੀਂ ਚੋਣ ਲੜਾਂਗੇ। ਕਾਂਗਰਸ ਦੇ ਇਹ ਬਿਆਨ ਆਉਂਦੇ ਨੇ। ਨਹੀਂ, ਇਹਦਾ ਫੈਸਲਾ ਕਾਂਗਰਸ ਕਰੂ, ਪੰਜਾਬ ਕਾਂਗਰਸ ਕਰੂ। ਇਹਦਾ ਫੈਸਲਾ ਉਹਨਾਂ ਦੀ ਸੈਂਟਰ ਦੀ ਹਾਈ ਕਮਾਨ ਕਰੂ। ਜੇ ਕਹਿੰਦੇ ਆ ਵੀ ਅਸੀਂ ਇਹਨਾਂ ਨਾਲ ਰਲ ਕੇ ਚੋਣ ਨਹੀਂ ਲੜਾਂਗੇ, ਤਾਂ ਇੱਕ ਸਟੇਜ ਤੇ ਇਕੱਠੇ ਕਿਵੇਂ ਹੋ ਗਏ? ਇੰਡੀਆ ਅਲਾਇੰਸ ਜਿਹੜਾ ਇਹਨਾਂ ਨੇ ਬਣਾਇਆ, ਉੱਥੇ ਇਕੱਠੇ ਕਿਵੇਂ ਹੋ ਗਏ? ਮੈਨੂੰ ਤਾਂ ਇਸ ਗੱਲ ਦਾ ਵੀ ਦੁੱਖ ਹੈ। ਜਦੋਂ ਰਾਜਾ ਵੜਿੰਗ ਸਪੀਚ ਦਿੰਦੇ ਨੇ ਉਦੋਂ ਤਾਂ ਇਹ ਲੱਗਦਾ ਹੁੰਦਾ ਕਿ ਵੀ ਹੁਣ ਵੀ ਗਏ ਤੇ ਹੁਣ ਵੀ ਗਏ। ਰਾਜਾ ਵੜਿੰਗ ਤਾਂ ਇਹਨਾਂ ਨਾਲ ਸਾਰੀ ਫਰੈਂਡਲੀ ਗੇਮ ਖੇਲਦਾ। ਰਾਜਾ ਵੜਿੰਗ ਦਾ ਕੋਈ ਬਿਆਨ ਦੇਖਿਆ ਆਮ ਆਦਮੀ ਦੀ ਪਾਰਟੀ ਦੇ ਖਿਲਾਫ? ਇੱਕ ਵੀ ਬਿਆਨ ਨਹੀਂ ਤੁਹਾਨੂੰ ਦਿਖੂਗਾ। ਰਾਜਾ ਵੜਿੰਗ ਦਾ ਇੱਕ ਹੋਰ ਪੋਲਾਈਟਲੀ ਬਿਆਨ ਆਇਆ, ਅਕਾਲੀ ਦਲ ਨੇ ਪਿੱਛੇ ਜੇ ਕਿਹਾ ਵੀ ਸਾਨੂੰ ਵੀ ਇਹਨਾਂ ਨੇ ਕੋਸ਼ਿਸ਼ ਕੀਤੀ ਆ ਵੀ ਤੁਸੀਂ ਇੰਡੀਆ ਦਾ ਹਿੱਸਾ ਬਣ ਜਾਓ, ਤੇ ਰਾਜਾ ਵੜਿੰਗ ਕਹਿੰਦਾ ਅਕਾਲੀ ਦਲ ਨਾਲ ਤਾਂ ਅਸੀਂ ਕਦੇ ਵੀ ਸੋਚ ਵੀ ਨਹੀਂ ਸਕਦੇ ਵੀ ਕੋਲੈਬੋਰੇਸ਼ਨ ਕਰਕੇ ਜਾਂ ਸਾਂਝੇਵਾਲਤਾ ਕਰਕੇ ਤੁਹਾਨੂੰ ਇਲੈਕਸ਼ਨ ਲੜ ਲਈਏ, ਤੁਹਾਨੂੰ ਇੰਡੀਆ ਗਰੁੱਪ 'ਚ ਸ਼ਾਮਲ ਕਰ ਲਈਏ। ਤਾਂ ਉਹ ਐਕਸੈਪਟ ਕਰ ਰਿਹਾ ਆਮ ਆਦਮੀ ਨੂੰ। ਜਿਹੜੀ ਸੱਥਾਂ ਤੋਂ ਗੱਲ ਚੱਲੀ ਕਿ ਸੱਥਾਂ ਤੋਂ ਰਾਜਨੀਤੀ ਹੋਇਆ ਕਰੂਗੀ, ਭਗਵੰਤ ਮਾਨ ਅਕਸਰ ਵਾਅਦੇ ਕਰਦੇ ਰਹੇ ਲੋਕਾਂ ਦੇ ਨਾਲ, ਅਕਸਰ ਬੋਲਦੇ ਰਹੇ, ਇੱਥੇ ਸਹਿਣੇ ਦੇ ਵਿੱਚ ਵੀ ਆ ਕੇ ਬੋਲੇ ਹੋਣੇ ਆ ਕਿ ਇਹਨਾਂ ਖੁੰਡਾਂ ਦੇ ਉੱਪਰੋਂ ਚਰਚਾ ਹੋਇਆ ਕਰੂ ਕਿ ਸਹਿਣੇ ਨੂੰ ਕੀ ਚਾਹੀਦਾ, ਭਦੌੜ ਹਲਕੇ ਨੂੰ ਕੀ ਚਾਹੀਦਾ, ਤੇ ਪੂਰੇ ਪੰਜਾਬ ਨੂੰ ਕੀ ਚਾਹੀਦਾ। ਕਦੇ ਆਇਆ ਕੋਈ ਮੁੱਖ ਮੰਤਰੀ ਦਾ ਚਿਹਰਾ ਜਾਂ ਕੋਈ ਮੁੱਖ ਮੰਤਰੀ ਇੱਥੇ ਆ ਕੇ ਬੈਠਾ ਹੋਵੇ ਜਾਂ ਕੋਈ ਵਿਧਾਇਕ ਆ ਕੇ ਇੱਥੇ ਚਰਚਾ ਕਰੀ ਹੋਵੇ ਤੁਹਾਡੇ ਨਾਲ ਕਿ ਤੁਹਾਡੇ ਪਿੰਡ ਨੂੰ ਕੀ ਚਾਹੀਦਾ? ਦੇਖੋ, ਮੈਂ ਆਮ ਆਦਮੀ ਦੀ ਕੋਈ ਹਮਾਇਤ ਨਹੀਂ ਕੀਤੀ, ਨਾ ਉਹਨਾਂ ਨੂੰ ਵੋਟ ਪਵਾਈ ਹੈ। ਮੈਂ ਆਪਣੀ ਸੋਚ ਮੁਤਾਬਕ ਵੋਟ ਪਾਈ, ਕਿਸੇ ਨੂੰ ਵੀ ਪਾਈ, ਤਾਂ ਮੈਂ ਇਹਨਾਂ ਦੀ ਹਮਾਇਤ ਨਹੀਂ। ਪਰ ਮੈਂ ਇੱਕ ਸੋਚ ਡਿਵੈਲਪ ਕੀਤੀ ਆਪਦੇ ਪਿੰਡ। ਤੁਹਾਨੂੰ ਬਾਰ-ਬਾਰ ਇਹ ਗੱਲ ਦੱਸੀ ਹੈ ਵੀ ਇਲੈਕਟਡ ਬੋਡੀ ਦਾ ਮੈਂ ਸਨਮਾਨ ਕਰਾਂਗਾ।
ਜਦ ਲਾਭ ਸਿੰਘ ਉਗੋਕੇ ਜਿੱਤ ਗਿਆ, ਭਗਵੰਤ ਮਾਨ ਜਿੱਤਿਆ, ਇਹਨਾਂ ਨੂੰ ਅਸੀਂ ਸੋਸ਼ਲ ਮੀਡੀਆ 'ਚ ਵਧਾਈਆਂ ਦਿੱਤੀਆਂ ਵੀ ਅਸੀਂ ਤੁਹਾਡਾ ਬਣਦਾ ਜਿਹੜਾ ਆਦਰ ਸਤਿਕਾਰ ਹੈ, ਤੁਸੀਂ ਇਲੈਕਟ ਕੀਤੇ ਹੋ, ਲੋਕਾਂ ਨੇ ਤੁਹਾਨੂੰ ਮਾਨ ਸਤਿਕਾਰ ਦਿੱਤਾ, ਉਸ ਨੂੰ ਬਹਾਲ ਰੱਖਾਂਗੇ। ਪਰ ਇਹਨਾਂ 'ਚ ਉਹ ਟੈਲੈਂਟ ਹੀ ਹੈ ਨਹੀਂ। ਇਹ ਸਾਰੀਆਂ ਚੀਜ਼ਾਂ ਦੇਸ਼ ਨੂੰ ਅੱਗੇ ਲੈ ਕੇ ਜਾਣਾ, ਇੱਕ ਪਿੰਡ ਨੂੰ ਅੱਗੇ ਲੈ ਕੇ ਜਾਣਾ, ਪੰਜਾਬ ਨੂੰ ਅੱਗੇ ਲੈ ਕੇ ਜਾਣਾ, ਇਹ ਸਾਂਝੇ ਉਪਰਾਲੇ ਨਾਲ ਹੋ ਸਕਦਾ, ਟੀਮ ਵਰਕ ਜਿਹਨੂੰ ਕਹਿੰਦੇ ਆ। ਮੈਂ ਸਰਪੰਚ ਆ, ਜੇ ਮੈਂ ਕਿਸੇ ਕੰਮ 'ਚ ਲੱਗ ਜਾ, ਮੇਰੇ ਪਿੰਡ ਵਾਸੀ ਸਹਿਯੋਗ ਨਾ ਕਰਨ, ਮੈਂ ਕੰਮ 'ਚ ਪਾਸ ਹੀ ਨਹੀਂ ਹੋ ਸਕਦਾ। ਸੋ ਇਹਨਾਂ ਨੇ ਟੀਮ ਵਰਕ ਸਮਝਿਆ ਹੀ ਨਹੀਂ। ਸੋ ਲਾਭ ਸਿੰਘ ਉਗੋਕੇ ਦਾ ਤੁਸੀਂ ਕਹਿੰਦੇ ਸੱਥਾਂ 'ਚ ਸਰਕਾਰ ਚਲਾਊਗਾ, ਆ ਕੇ ਕਿਸੇ ਬੰਦੇ ਦਾ ਦੁੱਖ ਦਰਦ ਇਹਨੇ ਪੁੱਛਿਆ ਹੋਵੇ ਇੱਥੇ। ਪਰ ਮੈਂ ਇੱਕ ਸਿਸਟਮ ਡਿਵੈਲਪ ਇਹ ਜ਼ਰੂਰ ਕੀਤਾ, ਪਰ ਮੈਂ ਉਹਨੂੰ ਮਜਬੂਰ ਕਰ ਦੂੰ ਵੀ ਸਾਡੇ ਪਿੰਡ ਘਰ ਘਰ ਉਹ ਭੱਜਿਆ ਫਿਰੂਗਾ, ਵੀ ਉਸ ਦੀ ਐਸੀ ਹਾਲਾਤ ਪੈਦਾ ਕਰ ਦਿਆਂਗੇ। ਸੋ ਸੱਥਾਂ ਵਾਲੀ ਤਾਂ ਕੋਈ ਗੱਲ ਦਿਖੀ ਨਹੀਂ, ਤੇ ਜਿੱਥੇ ਤੱਕ ਮੈਨੂੰ ਆਮ ਆਦਮੀ ਦੇ ਲੋਕਾਂ ਤੋਂ ਪਤਾ ਲੱਗਿਆ, ਧੰਨਵਾਦੀ ਦੌਰਾ ਵੀ ਨਹੀਂ ਕਰਕੇ ਗਿਆ। ਬਈ ਜਿਹੜੀ ਗੱਲ ਹੋਈ ਆ ਕੱਲ, ਸਰਪੰਚਾਂ ਨੂੰ ਬਹਾਲ ਕਰਤਾ ਦੁਬਾਰਾ, ਫੇਰ ਜਿਹੜੀਆਂ ਪੰਚਾਇਤਾਂ ਨੇ ਉਹਨਾਂ ਨੂੰ ਜਿਉਂ ਦੀ ਤਿਉਂ ਜਿਹੜੇ ਅਹੁਦੇ ਦੇ ਦਿੱਤੇ ਗਏ ਨੇ, ਜਿਵੇਂ ਉਹਨਾਂ ਨੂੰ ਭੰਗ ਕੀਤਾ ਸੀ ਉਵੇਂ ਹੀ ਬਹਾਲ ਕਰਤਾ। ਜਿਹੜੇ ਡਾਇਰੈਕਟਰ ਤੇ ਸਕੱਤਰ ਦਾ ਕੀ ਰੌਲਾ ਪਿਆ? ਕਿਉਂਕਿ ਤੁਹਾਡਾ ਸਰਪੰਚਾਂ ਦਾ ਗਰੁੱਪ ਹੋਣਾ, ਤੁਹਾਡੇ ਨਾਲ ਤੁਹਾਡੀ ਪਿੱਠ ਤੇ ਆ ਕੇ ਪੂਰੇ ਪੰਜਾਬ ਦੇ ਸਰਪੰਚ ਖੜ ਗਏ ਸੀ, ਸਰਪੰਚ ਯੂਨੀਅਨਾਂ ਖੜ ਗਈਆਂ ਸੀ, ਉਹਦੇ ਵਿੱਚ ਕੋਈ ਵਾਰਤਾਲਾਪ ਜਾਂ ਚਰਚਾ ਹੋਈ ਹੋਵੇ? ਦੇਖੋ, ਇਹ ਹਾਸੋਹੀਣ ਫੈਸਲੇ ਤਾਂ ਹੈਗੇ ਆ। ਸੋ ਗੁਰੂ ਸਾਹਿਬ ਨੇ ਕਿਹਾ ਵੀ ਜੇ ਕਿਸੇ ਦੇ ਹੱਕ ਖੋਣੇ ਪਾਪ ਆ, ਕਿਸੇ ਤੇ ਜ਼ੁਲਮ ਕਰਨਾ ਪਾਪ ਹੈ, ਤਾਂ ਜੇ ਤੁਸੀਂ ਆਪ ਦੇ ਹੱਕਾਂ ਖਾਤਰ ਨਹੀਂ ਲੜਦੇ, ਆਪਣੇ ਆਪ ਤੇ ਜ਼ੁਲਮ ਸਹਿਨੇ ਹੋ, ਉਸ ਤੋਂ ਵੱਡਾ ਪਾਪ ਹੈ। ਸੋ ਕਈ ਚੀਜ਼ਾਂ ਤਾਂ ਆਪਾਂ ਵਾਹਿਗੁਰੂ ਹੱਥ ਛੱਡ ਦਿੰਦੇ ਹਾਂ, ਕਈ ਚੀਜ਼ਾਂ ਕੁਦਰਤ ਹੱਥ ਛੱਡ ਦਿੰਦੇ ਹਾਂ। ਸੋ ਡਾਇਰੈਕਟਰ ਨੇ ਖਹਿਰਾ ਸਾਹਿਬ ਮੁਅੱਤਲ ਕਰਤਾ ਨਾ, ਲੈ ਲਈ ਨਾ ਉਹਦੀ ਬਲੀ, ਜਿੱਥੇ ਕਿ ਪੰਚਾਇਤ ਮੰਤਰੀ ਦੇ ਵੀ ਸਹਿਨ ਆ ਪੰਚਾਇਤ ਭੰਗ ਕਰਨ 'ਚ। ਇਹ ਡਾਇਰੈਕਟਰ ਸਾਹਿਬ ਦੇ ਨਾ ਦਰਵਾਜ਼ੇ ਅਸੀਂ ਵੀ ਗਏ ਸੀਗੇ, ਸਾਨੂੰ ਵੀ ਇਸੇ ਡਾਇਰੈਕਟਰ ਸਾਹਿਬ ਨੇ ਮੁਅੱਤਲ ਕੀਤਾ ਸੀ। ਕਾਰਨ ਕੀ ਸੀ? ਸੁੱਕੀਆਂ ਲੱਕੜਾਂ ਗੁਰਦੁਆਰੇ ਸਾਹਿਬ ਨੂੰ ਦੇਤੀਆਂ। ਸੋ ਕਿਤੇ ਤਾਂ ਕੁਦਰਤ ਹੈਗੀ ਨਾ। ਅੱਜ ਉਹ ਡਾਇਰੈਕਟਰ ਸਾਹਿਬ ਨੇ ਜਿਹਨੇ ਮੈਨੂੰ ਖਾਰਜ ਕੀਤਾ ਸੀ, ਮੈਨੂੰ ਭੰਗ ਕੀਤਾ ਸੀ, ਸੋ ਉਹਨੂੰ ਵੀ ਸਸਪੈਂਡ ਕਰਤਾ ਸਰਕਾਰ ਨੇ। ਸੋ ਹੁਣ ਉਹ ਸਾਡਾ ਦੁੱਖ ਸਮਝ ਸਕਦਾ ਵੀ ਹੱਕਾਂ ਤੇ ਜਦੋਂ ਡਾਕਾ ਪੈਂਦਾ ਨਾ, ਉਦੋਂ ਇਨਸਾਨ ਦੇ ਦਿਲ ਤੇ ਕੀ ਬੀਤਦੀ ਆ। ਸੋ ਅਸੀਂ ਨਾ ਬੜੀ ਉੱਚੀ ਸੁੱਚੀ ਸੋਚ ਲੈ ਕੇ ਆਏ ਹਾਂ, ਜਿਹੜੀ ਇਹ ਆਮ ਆਦਮੀ ਦੇ ਲੋਕ ਅੱਜ ਕਹਿ ਰਹੇ ਨਾ ਸਰਪੰਚ 'ਚ ਨਸ਼ਾ ਨਹੀਂ ਕਰਨਾ ਚਾਹੀਦਾ, ਫਲਾਨਾ ਧਮਕਾ, ਪੜ੍ਹਿਆ ਲਿਖਿਆ ਚਾਹੀਦਾ। ਆ ਪਿੰਡ ਦੇ ਲੋਕ ਬੈਠੇ ਆ, ਇੱਕ ਬੰਦਾ ਕਹਿ ਦੇ ਕਿਤੇ ਵਿਆਹ ਸ਼ਾਦੀ 'ਚ ਮੈਂ ਕਿਤੇ ਪੈਗ ਬੀਅਰ ਨੂੰ ਹੱਥ ਲਾਇਆ, ਜੇ ਮੈਂ ਇਹਨਾਂ ਨੇ ਦੇਖ ਲਿਆ ਤਾਂ ਮੈਂ ਨੀਵੇਂ ਥਾਵੇਂ ਬੈਠੂੰਗਾ। ਪੜ੍ਹਿਆ ਲਿਖਿਆ ਨਾ ਹੋਵਾਂ, ਪੜ੍ਹਨ ਲਿਖਣ ਤੋਂ ਬਾਅਦ ਅਗਲਾ ਕੀ ਵਿਦੇਸ਼ਾਂ 'ਚ ਭੱਜਦਾ, ਮੈਂ ਵਿਦੇਸ਼ਾਂ ਤੋਂ ਇੱਥੇ ਆ ਗਿਆ, ਮੈਂ ਆ ਚੀਜ਼ਾਂ ਕਰਨ ਵਾਸਤੇ ਆ ਗਿਆ ਆਪਦੀ ਜਨਮ ਭੂਮੀ 'ਚ, ਵੀ ਯਾਰ ਸਾਡਾ ਪਿੰਡ ਪੰਜਾਬ ਦਾ ਸਭ ਤੋਂ ਵੱਡਾ ਪਿੰਡ ਹੈ। ਪਿਛਲੇ ਸਮਿਆਂ 'ਚ ਇਹੋ ਜਿਹੀਆਂ ਇਹਦੇ ਨਾਲ ਘਟਨਾਵਾਂ ਹੋਈਆਂ ਵੀ ਬੈਕਫੁੱਟ ਤੇ ਚਲੇ ਗਏ, ਪੰਚਾਇਤਾਂ ਜੇਲ੍ਹ ਚਲੀਆਂ ਗਈਆਂ, ਕਰੋੜਾਂ ਰੁਪਏ ਦੇ ਗ੍ਰਾਂਟਾਂ 'ਚ ਗਬਨ ਹੋਇਆ। ਤਾਂ ਮੈਨੂੰ ਮੌਕਾ ਦਿਓ, ਇਹਨਾਂ ਦੇ ਗਿਆ, ਮੈਂ ਦਰ ਗਿਆ ਵੀ ਮੈਨੂੰ ਮੌਕਾ ਦਿਓ। ਸੋ ਚੰਗੀ ਚੀਜ਼ ਅੱਗੇ ਆਉਂਦੀ ਆ ਨਾ, ਸੱਚ ਅੱਗੇ ਆਉਣ 'ਚ ਬੜਾ ਟਾਈਮ ਲੱਗਦਾ ਵੀਰ। 2008 'ਚ ਇਲੈਕਸ਼ਨ ਲੜ ਲਿਆ, ਪਰ ਮੇਰੀ ਸੋਚ ਨੂੰ ਅੱਗੇ ਨਹੀਂ ਆਉਣ ਦਿੱਤਾ। ਰਾਜਨੀਤਿਕ ਦਲਾਂ ਨੇ, ਲੋਕਾਂ ਨੇ ਤਾਂ ਜਿਤਾਤਾ, ਵੱਡੇ ਪੱਧਰ ਤੇ ਮੈਨੂੰ ਵੱਡੀ ਵੋਟ ਨਾਲ ਜਿਤਾਇਆ, ਪਰ ਉਸ ਸਾਲ ਅਕਾਲੀ ਦਲ ਦੇ ਸਰਪੰਚ ਪਿੰਡਾਂ 'ਚ ਨਹੀਂ ਬਣ ਰਹੇ ਸੀ, ਜਿਵੇਂ ਅੱਜ ਆਮ ਆਦਮੀ ਦੀ ਕੰਡੀਸ਼ਨ ਆ। ਤਾਂ ਉਸ ਸਾਲ ਸਰਕਾਰ ਨੇ ਫੈਸਲਾ ਲਿਆ ਵੀ ਪੰਚਾਂ ਤੋਂ ਸਰਪੰਚ ਬਣੂਗਾ। ਸੋ ਸਾਰੇ ਪਿੰਡ ਨੇ ਇੱਕ ਤਰਫਾ ਹੋ ਕੇ ਮੈਨੂੰ ਵੋਟ ਪਾਤੀ, ਪਰ ਮੈਂ ਸਰਪੰਚ ਨਹੀਂ ਬਣ ਸਕਿਆ ਕਿਉਂਕਿ ਮੇਰੇ ਕੋਲ ਮੈਂਬਰ ਨਹੀਂ ਸੀ। ਕੋਈ ਗੱਲ ਨਹੀਂ, ਸੇਵਾ ਕੀਤੀ ਪਿੰਡ ਦੀ 2008 ਤੋਂ 13 ਤੱਕ। 13 'ਚ ਸੋਚਿਆ ਚਲੋ ਮੌਕਾ ਮਿਲੂਗਾ। ਰਾਜਨੀਤਿਕ ਪਾਰਟੀਆਂ ਨੇ ਆਫਰ ਦਿੱਤਾ, ਗੁਰੂ ਸਾਹਿਬ ਤੋਂ ਲੈ ਕੇ ਦਰਬਾਰਾ ਸਿੰਘ ਗੁਰੂ, ਫਿਰ ਦੂਸਰੇ ਸੀਗੇ ਮਾਮਾ ਸਦੀਕ, ਬਲਬੀਰ ਸਿੰਘ ਘੁੰਨਸ, ਵੀ ਸਰਪੰਚ ਬਣਨਾ, ਮਾਰਕੀਟ ਕਮੇਟੀ ਦਾ ਚੇਅਰਮੈਨ ਬਣਨਾ, ਸਾਨੂੰ ਜੁਆਇਨ ਕਰ ਲਓ। ਮੈਂ ਨਹੀਂ ਜੀ, ਮੈਂ ਤੁਹਾਨੂੰ ਜੁਆਇਨ ਨਹੀਂ ਕਰਨਾ, ਮੈਂ ਤਾਂ ਲੋਕਾਂ ਤੋਂ ਤੁਹਾਡਾ ਵਿਰੋਧ ਆ ਲੋਕਾਂ 'ਚ, ਮੈਂ ਤਾਂ ਹੀ ਇਲੈਕਸ਼ਨ ਲੜੂੰਗਾ। 2013 'ਚ ਇਲੈਕਸ਼ਨ ਲੜਨ ਗਿਆ ਤਾਂ ਕਹਿੰਦੇ ਸਰਪੰਚ ਜਰਨਲ ਕਰਾ ਦਿੰਦੇ ਆ। ਮੈਂ ਕਿਹਾ ਨਹੀਂ, ਕਿਤੇ ਨਾ ਕਿਤੇ ਮਨ 'ਚ ਡਰ ਆ ਗਿਆ ਵੀ ਐਡੇ ਵੱਡੇ ਪਿੰਡ ਦਾ ਜੇ ਸਰਪੰਚ ਆਜ਼ਾਦ ਬਣ ਗਿਆ, ਸਾਡੀ ਪਾਰਟੀ ਨਾਲ ਸੰਬੰਧਿਤ ਨਾ ਬਣਿਆ ਤਾਂ ਆਪਦੀ ਇਨਸਲਟ। ਫਿਰ ਉਸ ਸਾਲ ਸਰਪੰਚੀ ਰਿਜ਼ਰਵ ਕਰਾਤੀ। 2013 ਤੋਂ ਫਿਰ 18 ਤੱਕ ਸੇਵਾ ਕੀਤੀ ਪਿੰਡ ਦੀ। 18 ਆ ਜਾਓ ਵੀ ਸੱਚ ਕਿਵੇਂ ਦਰੜਿਆ ਜਾਂਦਾ। 18 'ਚ ਲੋਕਾਂ ਕੋਲੇ ਗਿਆ, ਅਫਸਰ ਸਾਹੀ ਕੋਲੇ ਗਿਆ ਵੀ ਦੇ ਦਿਓ ਹੁਣ ਮੌਕਾ।
ਫਿਰ ਸਰਪੰਚੀ ਰਿਜ਼ਰਵ ਤੇ ਰਿਜ਼ਰਵ, ਫਿਰ ਵਿਜੇਂਦਰ ਸਿੰਗਲਾ ਨਾਲ ਬਣਦੀ ਸੀ। ਸੋ ਉਹਨਾਂ ਨੇ ਕਿਹਾ ਕਿ ਜਰਨਲ ਕਲਾਈ ਤੇ ਇਲੈਕਸ਼ਨ ਲੜਿਆ। ਸੋ ਇਲੈਕਸ਼ਨ ਲੜਿਆ। ਮੈਂ ਅੱਜ ਲੋਕਾਂ ਨੂੰ ਕਹਿਣਾ, ਜਿਹੜੇ ਕੁਝ ਹੈਗੇ ਟੀਕਾ ਟਿੱਪਣੀ ਕਰਨ ਵਾਲੇ ਪੰਜਾਬ ਪੱਧਰ ਤੇ, ਹੁਣ ਸਾਡੀ ਗੱਲ ਪੰਜਾਬ ਪੱਧਰ ਤੇ ਜਾ ਰਹੀ ਆ, ਨੈਸ਼ਨਲ ਪੱਧਰ ਤੇ ਜਾ ਰਹੀ ਆ, ਇੰਟਰਨੈਸ਼ਨਲ ਲੈਵਲ ਤੇ ਜਾ ਰਹੀ ਆ, ਉਹਨਾਂ ਨੂੰ ਕਹਿਣਾ ਵੀ ਸਾਡਾ ਰਿਜ਼ਲਟ ਤਾਂ ਦੇਖੋ, ਸਾਡੇ ਪਿੰਡ ਦਾ ਰਿਜ਼ਲਟ ਕੀ ਆ। ਇਤਿਹਾਸਕ ਜਿੱਤ ਹੋਈ ਆ 70 ਸਾਲਾਂ 'ਚ। ਉਹ ਵੀ ਕਹਿੰਦੇ ਅਸੀਂ ਇਤਿਹਾਸਕ ਫੈਸਲੇ ਕਰ ਰਹੇ ਹਾਂ, ਕਹਿੰਦੇ IAS ਲੂਬੀ ਨੂੰ ਕਿਸੇ ਨੇ ਹੱਥ ਨਹੀਂ ਸੀ ਪਾਇਆ, ਕਹਿੰਦੇ ਅਸੀਂ 2 ਚੱਕਤੇ। ਮੈਂ ਕਹਿੰਦਾ ਵੀ 7800 ਵੋਟ ਪੋਲ ਹੋਈ ਆ 11000 ਵੋਟ 'ਚੋਂ, 5237 ਵੋਟਾਂ ਲੈ ਕੇ ਦਿਖਾਓ ਤੁਸੀਂ ਪਿੰਡ 'ਚ ਕਿਸੇ 'ਚ। ਆਹ ਰਿਜ਼ਲਟ ਆ ਮੇਰਾ, ਜਿੱਥੇ ਕਾਂਗਰਸ ਮੇਰੇ ਖਿਲਾਫ ਬੰਦੇ ਖੜੇ ਕਰਕੇ ਗਈ। ਸੋ ਸਾਡੀ ਜਿਹੜੀ ਸੋਚ ਆ ਪੰਚਾਇਤਾਂ ਦੀ ਨਾ, ਇਹ ਬਜ਼ੁਰਗਾਂ ਨੇ ਕਿਹਾ ਵੀ ਪੰਚਾਂ 'ਚ ਰੱਬ ਵਸਦਾ, ਸਰਪੰਚਾਂ 'ਚ ਰੱਬ ਵਸਦਾ, ਪੰਚ ਪ੍ਰਧਾਨ। ਸੋ ਉਹ ਸੋਚ ਰਾਜਨੀਤਿਕ ਦਲਾਂ ਨੇ ਬਣਨ ਨਹੀਂ ਦਿੱਤੀ। ਤੁਸੀਂ ਮੈਨੂੰ ਇਹ ਦੱਸੋ ਸਤਿਕਾਰਯੋਗ ਵੀਰ, ਵੀ ਅਸੀਂ ਇਲੈਕਸ਼ਨ ਲੜਦੇ ਹਾਂ, ਇਹ ਸਾਰੇ ਬੈਠੇ ਨੇ ਮੇਰੇ ਨਗਰ ਨਿਵਾਸੀ, ਕੋਈ ਕਿਸੇ ਨੇ ਅਕਾਲੀ ਦਲ ਨੂੰ ਵੋਟ ਪਾਈ, ਕਿਸੇ ਨੇ ਕਾਂਗਰਸ ਨੂੰ ਪਾਈ, ਕਿਸੇ ਨੇ ਆਮ ਨੂੰ ਪਾਈ। ਤਾਂ ਜਦੋਂ ਮੈਂ ਖੜਾ ਹੋ ਗਿਆ, ਇੱਕ ਸਰਪੰਚ ਖੜਾ ਹੋ ਗਿਆ, ਕਿਸੇ ਨਾਲ ਪਾਰਟੀ ਨਾਲ ਸੰਬੰਧਿਤ, ਤਾਂ ਇਹਨਾਂ ਨੇ ਦੇਖਿਆ ਨਹੀਂ ਵੀ ਇਹ ਕੋਈ ਪਾਰਟੀ ਨਾਲ ਸੰਬੰਧਿਤ ਹੋਊਗਾ। ਕਿਉਂਕਿ ਸਾਡੀ ਜਿਹੜੀ ਸਰਪੰਚੀ ਚੋਣ ਆ ਨਾ, ਸੰਵਿਧਾਨ ਅਨੁਸਾਰ, ਕਾਨੂੰਨ ਅਨੁਸਾਰ ਆਜ਼ਾਦ ਹੈ। ਇਹ ਸੋਚ ਸਾਡੀ ਡਿਵੈਲਪ ਨਹੀਂ ਹੋਣ ਦੇ ਰਹੀਆਂ। ਕੋਈ ਵੀ ਰਾਜਨੀਤਿਕ ਪਾਰਟੀ, ਕਾਂਗਰਸ ਹੋਵੇ, ਅਕਾਲੀ ਦਲ ਹੋਵੇ, ਅੱਜ ਆਮ ਵੀ ਉੱਥੇ ਆ ਕੇ ਖੜ ਗਈ ਵੀ ਸਾਨੂੰ ਆਜ਼ਾਦ ਰਹਿਣ ਦਿਓ ਨਾ ਪੰਚਾਇਤਾਂ। ਜਾਂ ਤਾਂ ਤੁਸੀਂ ਕਾਨੂੰਨ ਕਰ ਦਿਓ ਵੀ ਤੂੰ ਜਿਹਨੇ ਅਕਾਲੀ ਦਲ ਦੀ ਸਰਪੰਚੀ ਲੜਨੀ ਆ ਉਹ ਤੱਕੜੀ ਦੇ ਨਿਸ਼ਾਨ ਤੇ ਲੜੂ, ਕਾਂਗਰਸ ਦੀ ਜਿਹਨੇ ਸਰਪੰਚੀ ਲੜਨੀ ਆ ਉਹ ਪੰਜੇ ਦੇ ਨਿਸ਼ਾਨ ਤੇ ਲੜੂ, ਝਾੜੂ ਦੀ ਜਿਹਨੇ ਲੜਨੀ ਆ, ਆਮ ਆਦਮੀ ਦੀ ਝਾੜੂ ਦੇ ਨਿਸ਼ਾਨ ਤੇ ਲੜੂ। ਸਾਨੂੰ ਜਾਂ ਤਾਂ ਚੋਣ ਨਿਸ਼ਾਨ ਦੇ ਦਿਓ, ਫਿਰ ਸਾਨੂੰ ਕਹਿ ਦਿਓ ਵੀ ਇਹ ਕਾਂਗਰਸੀ ਸਰਪੰਚ ਆ, ਇਹ ਅਕਾਲੀ ਦਲ ਦਾ ਸਰਪੰਚ ਆ। ਜਦੋਂ ਅਸੀਂ ਹੈ ਆਜ਼ਾਦ, ਸਾਨੂੰ ਕਾਂਗਰਸ, ਅਕਾਲੀ, ਆਮ ਆਦਮੀ ਨੇ ਵੋਟ ਪਾਤੀ, ਸੋ ਫਿਰ ਇਹ ਠੱਪਾ ਕਿਉਂ ਲਾਇਆ ਜਾ ਰਿਹਾ। ਸੋ ਜਿੱਥੇ ਤੱਕ ਆਮ ਆਦਮੀ ਪਾਰਟੀ ਦਾ ਮੈਂ ਗੱਲ ਕਰਾਂ, ਕਾਫੀ ਤੁਹਾਡੇ ਨਾਲ ਪੰਚਾਇਤਾਂ ਤੋਂ ਲੈ ਕੇ ਸਾਰੇ ਵਿਸ਼ਿਆਂ 'ਤੇ ਗੱਲ ਕਰਨਾ ਚਾਹੁੰਦਾ। ਆਮ ਆਦਮੀ ਪਾਰਟੀ ਕਦੋਂ ਹੋਣ ਚਾਹੀ? 2013 ਦੇ ਕਰੀਬ ਆਈ ਨਾ, 12-13 'ਚ। ਕਿਹੜਾ ਅੰਦੋਲਨ ਚੱਲਿਆ ਸੀ? ਅੰਨਾ ਹਜ਼ਾਰੇ ਅੰਦੋਲਨ। ਅੰਨਾ ਕੌਣ ਹੈ? RSS ਨਾਲ ਜੁੜਿਆ ਵਾ, ਜਿਹੜਾ ਸਿੱਖ ਰਵਾਇਤਾਂ ਦੀ RSS ਹਮੇਸ਼ਾ ਵਿਰੋਧ ਰਹੀ ਹੈ। ਸੋ ਅੰਦੋਲਨ ਕਿਹੜਾ ਹੋਇਆ ਸੀ? ਕਾਂਡ ਕਿਹੜਾ ਹੋਇਆ ਸੀ ਉਦੋਂ? ਯਾਦ ਆ ਤੁਹਾਡੇ? ਬਿਲਕੁਲ। ਕਿਹੜਾ? ਨਿਰਭਇਆ ਕਾਂਡ ਹੋਇਆ ਸੀ। ਇੱਕ ਬੱਚੀ ਨਾਲ ਬਲਾਤਕਾਰ ਹੋਇਆ ਸੀ, ਉਸ ਨੂੰ ਮੁਖੌਟਾ ਬਣਾ ਕੇ ਆਮ ਆਦਮੀ ਪਾਰਟੀ ਹੋਣ ਚਾਹੀ ਸੀ। ਇਹਨਾਂ ਨੇ ਅੰਦੋਲਨ ਕੀਤਾ ਸੀਗਾ। ਸੋ ਮੈਂ ਤਾਂ ਕਹਿਣਾ ਵੀ ਸਾਡੇ ਵਾਸਤੇ ਉਹ ਬੱਚੀ ਨਾਲ ਜਿਹੜਾ ਹੋਇਆ ਕਾਰਾ ਬਹੁਤ ਮਾੜਾ ਸੀ। ਸੋ ਉਸ ਸਮੇਂ ਦੀ ਰਾਜਨੀਤੀ 'ਚੋਂ ਇਹ ਆਮ ਆਦਮੀ ਪਾਰਟੀ ਉੱਠੀ ਹੈ। ਸੋ ਮੈਂ ਕਹਿੰਦਾ ਵੀ ਉਹ ਇਸ ਤਰ੍ਹਾਂ ਦਾ ਜੇ ਮਾੜਾ ਕਾਂਡ ਨਾ ਹੁੰਦਾ ਨਾ, ਅੱਜ ਪੰਜਾਬ ਨੂੰ ਇਹ ਹਾਲਾਤ ਨਹੀਂ ਦੇਖਣੇ ਪੈਣੇ ਸੀ। ਜੰਗਲ ਰਾਜ ਤੁਸੀਂ ਸੁਣਿਆ ਕਿਤੇ? ਪੰਜਾਬ ਵਰਗੇ ਜਿੱਥੇ ਸੂਬੇ 'ਚ ਅਣਖੀ ਲੋਕ ਰਹਿੰਦੇ ਨੇ, ਪੜ੍ਹੇ ਲਿਖੇ ਲੋਕ ਰਹਿੰਦੇ ਨੇ, ਉੱਥੇ ਜੱਜ ਜੰਗਲ ਰਾਜ ਕਹਿੰਦੇ ਆ, ਜੰਗਲ ਰਾਜ ਆ। ਨਿਕਲ ਕੇ ਦਿਖਾਉਣ ਸਾਡੀਆਂ ਬੁੜੀਆਂ, ਕੋਈ ਬਾਲੀ ਖਿੱਚਦਾ, ਕੋਈ ਗੋਲੀ ਮਾਰ ਦਿੰਦਾ, ਕੋਈ ਮੂਸੇ ਵਾਲੇ ਨੂੰ ਮਾਰ ਦਿੰਦਾ, ਕੋਈ ਕਿਸੇ ਨੂੰ ਮਾਰ ਰਿਹਾ, ਕੋਈ ਸਿੱਖਾਂ ਦਾ ਕਤਲ ਕਰ ਰਿਹਾ। ਜੋ ਸਿੱਖ ਬਹੁ ਗਿਣਤੀ 'ਚ ਇੱਥੇ, ਜੋ ਸਿੱਖਾਂ ਦਾ ਆਵਾਜ਼ ਉਠਾਉਂਦਾ ਉਸ ਦਾ ਕਤਲ ਕਰ ਦਿੱਤਾ ਜਾਂਦਾ। ਸੋ ਜੰਗਲ ਰਾਜ ਬਿਹਾਰ 'ਚ ਤਾਂ ਸੁਣਿਆ ਸੀ। ਟਰਾਂਸਪੋਰਟ ਦਾ ਸਾਡਾ ਕੰਮ ਹੈ, ਮੈਂ ਵੀ ਨਾ ਟਰਾਲਿਆਂ ਟਰੂਲਿਆਂ ਨਾਲ ਕਿਤੇ ਜਾਂਦਾ ਸੀ। ਕਈ ਇਹੋ ਜਿਹੇ ਰਾਸਤੇ ਸੀ, ਕਟਰਮਾ ਘਾਟੀ ਵਗੈਰਾ, ਵੀ ਦਿਨੇ ਵੀ ਉੱਥੋਂ ਨਾ ਗੱਡੀ ਨਹੀਂ ਲੰਘਦੀ ਸੀ। ਦਿਨੇ ਵੀ ਤੁਹਾਡੀਆਂ ਗੱਡੀਆਂ 'ਚ ਉਦੋਂ ਘਾਟੀ 'ਚ ਸਲੋ ਗੱਡੀ ਚੜ੍ਹਦੀ ਸੀ 30-40 ਦੇ ਸਪੀਡ 'ਚ, ਭੱਜ ਕੇ ਡਾਕੂ ਲੁਟੇਰੇ ਤੁਹਾਡੀ ਗੱਡੀ 'ਚ ਚੜ੍ਹ ਜਾਂਦੇ ਸੀ ਪਿੱਛੇ। ਤੇ ਪਿਛਲਾ ਜਿਹੜਾ ਡਰਾਈਵਰ ਆ ਉਹਨੂੰ ਦੇਖ ਰਿਹਾ ਵੀ ਉਹ ਚੜ੍ਹ ਰਿਹਾ, ਪਰ ਉਹ ਕੁਛ ਨਹੀਂ ਕਰ ਸਕਦਾ। ਤਰਪਾਲਾਂ ਦੇ ਲਾ ਕੇ ਕੱਟ ਮਾਲ ਸਿੱਟ ਲੈਂਦੇ ਸੀ, ਤੇ ਪਿਛਲਾ ਜੇ ਮਾੜਾ ਜਿਹਾ ਵੀ ਹਰਕਤ ਕਰੇ ਤਾਂ ਰਿਵਾਲਵਰ ਦਿਖਾ ਦਿੰਦੇ ਸੀ। ਇਸ ਤਰ੍ਹਾਂ ਦਾ ਜੰਗਲ ਰਾਜ ਸਾਡੇ ਦੇਖੇ ਵੀ ਨੇ ਬਿਹਾਰ ਵਰਗਿਆਂ 'ਚ। ਸੋ ਬਿਹਾਰ ਸਟੇਟ ਜਦੋਂ ਪਾਰ ਕਰਦੇ ਸੀ ਨਾ, 1.5-2 ਦਿਨ ਬਿਹਾਰ ਪਾਰ ਕਰਨ 'ਚ ਲੱਗ ਜਾਂਦਾ ਸੀ। ਟਰਾਂਸਪੋਰਟ 'ਚ ਨਾਲ ਜਿਹੜੇ ਸੰਬੰਧਿਤ ਸੀ, ਗੱਡੀਆਂ ਚਲਾਉਂਦੇ ਸੀ, ਰੋਡਾਂ ਦਾ ਇਹੋ ਜਿਹਾ ਹਾਲ ਸੀ। ਅੱਜ ਉੱਥੋਂ ਦੇ ਲੋਕ ਤਾਂ ਐਡਵਾਂਸ ਹੋ ਗਏ, ਜਿਹੜੇ ਸਾਡੇ ਇੱਥੇ ਰੋਜ਼ਗਾਰ ਮੰਗਣ ਆਉਂਦੇ ਸੀ, ਤੇ ਸਾਡੇ ਲੋਕ ਥੱਲੇ ਜਾ ਰਹੇ ਨੇ, ਗਰਾਊਂਡ ਲੈਵਲ ਤੇ ਜਾ ਰਹੇ ਨੇ। ਸਾਡੇ ਬੱਚੇ ਬਾਹਰ ਜਾ ਰਹੇ ਨੇ ਭੱਜ ਕੇ। ਅਜਿਹਾ ਕਿਉਂ ਹੋ ਰਿਹਾ? ਕਿਉਂਕਿ ਤੁਸੀਂ ਕਿਹਾ ਕਿ ਅਸੀਂ ਟਰਾਂਸਪੋਰਟ ਮਹਿਕਮੇ ਨਾਲ ਸੰਬੰਧਿਤ ਹਾਂ, ਪਰ ਅਜਿਹਾ ਕਿਉਂ ਹੋਇਆ ਜਿਹੜੇ ਸਾਡੇ ਵਾਲਿਆਂ ਨੂੰ ਆਈਲੈਟਸਾਂ ਕਰਕੇ ਬਾਹਰ ਫੋਰਨ ਦੇ ਜਹਾਜ਼ਾਂ ਨੂੰ ਟਾਕੀਆਂ ਪਾਉਣੀਆਂ ਪੈ ਗਈਆਂ? ਨਹੀਂ ਦੇਖੋ, ਕਿਤੇ ਜਿਹਨੇ ਤਾਂ ਇਹ ਰਾਸਤੇ ਬੜੇ ਕੰਡਿਆ ਭਰੇ ਆ ਜੋ ਗੁਰੂ ਸਾਹਿਬ ਨੇ ਦਿਖਾਇਆ, ਇਸ ਤੇ ਬਰਬਾਦੀਆਂ ਵਾਲੇ ਰਾਹ ਨੇ। ਠੀਕ ਆ। ਸੋ ਮੈਂ ਇਹ ਰਾਹ ਚੁਣਿਆ ਤਾਂ ਮੈਂ ਆਪਦੀ ਲਾਈਫ ਡਿਸਟਰੋਏ ਕਰਤੀ, ਬਰਬਾਦ ਕਰਤੀ ਇੱਕ ਤਰ੍ਹਾਂ ਦੀ।
ਤੇ ਮੈਂ ਹੁਣ ਮੇਰਾ ਜਿਹੜਾ ਬੱਚਾ ਜਿਹੜਾ ਭਤੀਜਾ ਮੈਂ ਥੋੜੀ ਸੋਚੂੰਗਾ ਯਾਰ ਮੇਰੇ ਵਾਂਗੂ ਫਿਰ ਉਹ ਵੀ ਆਹੀ ਚੀਜ਼ਾਂ 'ਚ ਲਾ ਕੇ ਧਰਨੇ ਬੈਠਾ ਰਹੇ, ਕੋਈ ਮੈਨੂੰ ਗੋਲੀ ਮਾਰਨ ਨੂੰ ਉੱਠੇ, ਠੀਕ ਆ। ਤੇ ਫਿਰ ਉਹ ਸਿਸਟਮ ਆ, ਨਸ਼ਾ ਆਗਾ, ਕਿੰਨਾ ਕੁ ਚਿਰ ਤੁਸੀਂ ਆਪਦੇ ਬੱਚੇ ਨੂੰ ਬਚਾ ਲਓਗੇ। ਇੱਕ ਇਹ ਵੀ ਗੱਲ ਉੱਡੀ ਸੀ, ਕਹਿੰਦੇ ਕਿ ਸੈਣੇ ਦੇ ਵਿੱਚ ਨਸ਼ਾ ਬਹੁਤ ਜ਼ਿਆਦਾ ਆ। ਇੱਥੇ ਕਿੰਨਾ ਕੁ ਤੁਸੀਂ ਮੌਜੂਦਾ ਸਰਪੰਚੋਂ, ਇੱਥੋਂ ਦੇ ਮੌਜੂਦਾ ਜਿਹੜੇ ਹਾਲਾਤ ਆ ਉਹ ਦੇਖਦੇ ਰਹਿੰਦੇ ਹੋਗੇ, ਕਿੰਨਾ ਕੁ ਨਸ਼ਾ ਹੈ, ਕਿੰਨੇ ਕੁ ਕੇਸਾਂ ਦੇ ਵਿੱਚ ਜਾਂਦੇ ਹੋ ਥਾਣੇ ਕਚਹਿਰੀਆਂ ਦੇ ਵਿੱਚ? ਮੈਂ ਦੱਸਦਾ ਜੀ, ਸੈਣਾ ਪਿੰਡ ਵੋਟ ਅਨੁਸਾਰ 14 ਵਾਰਡ ਨੇ, ਤੇ ਤੁਸੀਂ ਦੇਖੋ ਮੈਂ ਕਹਿਣਾ ਵੀ 30-35 ਪਿੰਡਾਂ ਜਿੱਡਾ ਇੱਕ ਪਿੰਡ ਆ, ਤੇ ਅਮੂਮਨ ਦੂਸਰੇ ਪਿੰਡਾਂ ਨਾਲੋਂ ਕ੍ਰਾਈਮ ਇੱਥੇ ਵੱਧ ਹੋਊਗਾ। ਜਦੋਂ ਐਡਾ ਵੱਡਾ ਪਿੰਡ ਆ, ਕ੍ਰਾਈਮ ਵੀ ਵੱਧ ਹੋਊਗਾ, ਨਸ਼ਾ ਵੀ ਵੱਧ ਹੋਊਗਾ, ਨੌਜਵਾਨ ਵੀ ਵੱਧ ਨੇ, ਹੋਰ ਸਿਸਟਮ ਵੀ ਵੱਧ ਆ। ਪਰ ਜਿਹੜਾ ਅੱਜ ਚੱਲ ਰਿਹਾ ਸਤਿਕਾਰਯੋਗ ਲੱਖਾ ਸਿਧਾਣਾ ਝੋਟੇ ਨੇ ਜਿਹੜੇ ਐਕਸ਼ਨ ਲਏ ਆ, ਇਹ ਮੈਂ 2019 ਚ ਹੀ ਲੈ ਲਏ ਸੀ ਐਕਸ਼ਨ। ਨਸ਼ੇ ਵਾਲੇ ਨੂੰ ਫੜੇ ਜਾ ਕੇ, ਛਿੱਤਰ ਪਰੇਡ ਤੋਂ ਲੈ ਕੇ ਸਾਰਾ ਕੁਝ ਕੀਤਾ, ਪਰ ਪ੍ਰਸ਼ਾਸਨ ਦਾ ਸਾਨੂੰ ਮਦਦ ਨਹੀਂ ਮਿਲੀ। ਸਮੇਂ ਦੇ ਐਸਐਸਪੀ ਸੀਗੇ, ਮੈਨੂੰ ਬੁਲਾਇਆ ਜਦੋਂ ਮੇਰੀਆਂ ਵੀਡੀਓ ਵਾਇਰਲ ਹੋਈਆਂ, ਕਹਿੰਦਾ ਸਰਪੰਚ ਸਾਹਿਬ ਗੱਲ ਸੁਣ ਲੈ, ਇੱਕ ਤੂੰ ਜਾ ਕੇ ਕਾਨੂੰਨ ਹੱਥ 'ਚ ਲੈ ਕੇ ਇਹਨਾਂ ਦੀ ਮਾਰ ਕਟਾਈ ਕਰ ਰਿਹਾ, ਕਿਸੇ ਦਾ ਸ਼ਟਰ ਸਿੱਟ ਰਿਹਾ, ਦੁਕਾਨ ਬੰਦ ਕਰਤੀ, ਜੇ ਕਿਸੇ ਨੇ ਕੁਛ ਕਰ ਲਿਆ 19-21 ਕੋਈ ਹੱਤਕ ਮੰਨਦਾ ਹੋਇਆ ਮਰ ਗਿਆ ਤਾਂ ਚੱਕ ਕੇ ਤੈਨੂੰ ਅੰਦਰ ਦੇ ਦੂੰ। ਸੋ ਮੈਨੂੰ ਪ੍ਰੋਟੈਕਸ਼ਨ ਮਿਲਣੀ ਚਾਹੀਦੀ ਸੀ ਕਿ ਮੈਨੂੰ ਇਹ ਗੱਲਾਂ ਸੁਣਨੀਆਂ ਚਾਹੀਦੀਆਂ ਸੀ। ਦੱਸੋ ਅੱਜ ਜੇ ਇੱਥੇ ਨਸ਼ਾ ਹੈਗਾ, ਇਹ ਪੰਚਾਇਤਾਂ ਕੀ ਕਰ ਸਕਦੀਆਂ? ਪੰਚਾਇਤਾਂ ਕੋਲ ਸਾਡੇ ਕੋਲ ਅਧਿਕਾਰ ਦੱਸੋ ਕਿਹੜੇ ਨੇ ਵੀ ਅਸੀਂ ਨਸ਼ਾ ਰੋਕ ਲਈਏ? ਸਰਕਾਰ ਕਮੇਟੀਆਂ ਬਣਾਉਣ ਚੱਲੀ ਹੋਈ ਆ। ਲਾਭ ਸਿੰਘ ਉਗੋ ਕੇ ਪਿੰਡ ਜਾ ਕੇ ਲੋਕਾਂ ਨੂੰ ਸੰਬੋਧਨ ਕਰ ਰਹੇ ਨੇ ਕਿ ਜੇਕਰ ਕੋਈ ਨਸ਼ਾ ਵੇਚਦਾ ਜਾਂ ਕੋਈ ਕਰਦਾ ਤਾਂ ਉਹ ਸਾਨੂੰ ਦੱਸੋ, ਅਸੀਂ ਉਹਨਾਂ ਦੀ ਜਿਹੜੀ ਕਿ ਲਾਹਣਤਾ ਪਾਉਣਾ, ਸਰਕਾਰ ਨੂੰ ਲਾਹਣਤਾ ਪਾਉਣਾ, ਲਾਭ ਸਿੰਘ ਉਗੋ ਨੂੰ ਲਾਹਣਤਾ ਪਾਉਣਾ ਵੀ ਤੁਹਾਡਾ ਸਰਕਾਰ ਇਸ ਤਰ੍ਹਾਂ ਚੱਲਦੀ ਹੈ ਵੀ ਤੁਸੀਂ ਇੱਕ ਪੰਚਾਇਤ ਵਾਂਗੂ ਸਰਕਾਰ ਚਲਾਓ। ਇਹ ਤਾਂ ਪੰਚਾਇਤਾਂ ਕੋਲੇ ਅਧਿਕਾਰ ਆ ਵੀ ਤੁਹਾਡਾ ਰਲ ਮਿਲ ਕੇ ਬਿਠਾ ਕੇ ਸਮਝਾ ਕੇ ਨਿਮੇੜ ਦੀਏ ਵੀ ਆਹ ਨਾ ਕਰ ਉਹ ਨਾ ਕਰ। ਤੁਹਾਡੇ ਕੋਲੇ ਪੁਲਿਸ ਬਲ ਦੀ ਪਾਵਰ ਆ, ਤੁਹਾਡੇ ਕੋਲੇ ਪ੍ਰਸ਼ਾਸਨ ਦੀ ਪਾਵਰ ਆ, ਤੁਹਾਡੇ ਕੋਲੇ ਮਿਲਟਰੀ ਤੱਕ ਦੀ ਪਾਵਰ ਆ। 5 ਮਿੰਟਾਂ 'ਚ ਸਾਡੇ ਬੱਚੇ ਚੱਕ ਕੇ ਸਾਡਾ ਕੌਮ ਦਾ ਮਹਾਨ ਜਰਨੈਲ ਭਾਈ ਅਮਰਤਪਾਲ ਸਿੰਘ, ਕਸੂਰ ਕੀ ਸੀ ਉਹਦਾ ਦੱਸੋ? ਤੁਸੀਂ ਕਹਿੰਦੇ ਹੋ ਸੈਣੇ 'ਚ ਨਸ਼ਾ ਹੈਗਾ, ਉਹ ਤਾਂ ਪੰਜਾਬ 'ਚ ਨਸ਼ਾ ਖਤਮ ਕਰ ਰਿਹਾ ਸੀ, ਝੋਟਾ ਕਰ ਰਿਹਾ, ਝੋਟਾ ਜੇਲ੍ਹ 'ਚ ਬੈਠਾ, ਜਿਹਨੇ ਨਸ਼ਾ ਬੰਦ ਕਰਨ ਦੀ ਗੱਲ ਕੀਤੀ ਜੇਲ੍ਹ 'ਚ ਬੈਠਾ। ਭਾਈ ਅਮਰਤਪਾਲ ਨੇ ਨਸ਼ਾ ਬੰਦ ਕਰਨ ਦੀ ਗੱਲ ਕੀਤੀ, ਡਿਬਰੂਗੜ੍ਹ ਬੈਠਾ। ਡਿਬਰੂਗੜ੍ਹ ਇੱਥੋਂ 3500 ਤੋਂ 3600 ਕਿਲੋਮੀਟਰ ਹੈ, 3500 ਤੋਂ 3600 ਕਿਲੋਮੀਟਰ। ਅਸਾਮ ਇੱਕ ਇਹੋ ਜਿਹੀ ਸਟੇਟ ਆ ਬਾਈ ਜੀ, ਤੁਸੀਂ ਆਮ ਪਾਣੀ ਵੀ ਉੱਥੋਂ ਦਾ ਨਹੀਂ ਪੀ ਸਕਦੇ। ਇਸ ਤਰ੍ਹਾਂ ਦਾ ਪਾਣੀ ਆ, ਉਹਦੇ ਵਿੱਚ ਆਇਰਨ ਦੀ ਮਾਤਰਾ, ਸਵਾਦ ਨਹੀਂ। ਤਾਂ ਉੱਥੇ ਜਾ ਕੇ ਆ ਸਾਡੇ ਨੌਜਵਾਨ ਸਿੱਟ ਤੇ ਦੱਸੋ ਮੈਨੂੰ, ਮੈਂ ਵੀ ਲੱਗ ਜਾਣਾ, ਆਮ ਆਦਮੀ ਵਾਲੇ ਤਾਂ ਭਾਲਦੇ ਆ। ਸੋ ਇਹ ਕੰਡੀਸ਼ਨਾਂ, ਹਾਲਾਤ ਖਰਾਬ ਨੇ ਪੰਜਾਬ ਦੇ ਵੀਰੇ, ਬਹੁਤ ਹਾਲਾਤ ਖਰਾਬ ਨੇ। ਤੁਸੀਂ ਅੱਜ ਮੈਂ ਨਸ਼ਾ ਨਹੀਂ ਕਰਦਾ, ਠੀਕ ਆ, ਮੈਂ ਤੁਹਾਡੇ ਮੂਹਰੇ ਵਾਅਦਾ ਕਰਦਾ, ਇੰਨੇ ਲੋਕ ਬੈਠੇ, ਜੇ ਕਿਸੇ ਨੇ ਮੈਨੂੰ ਕਦੇ ਨਸ਼ਾ ਕਰਦੇ ਦੇਖਿਆ ਤਾਂ ਪਿੰਡ ਦੇ ਸੱਥ ਦੇ ਵਿਚਾਲੇ ਕਹਿਣਾ ਨਾ ਮੈਨੂੰ ਕਹੋ। ਸੋ ਸਿੱਖ ਪਰੰਪਰਾਵਾਂ ਕੀ ਨੇ ਨਸ਼ੇ ਸੰਬੰਧੀ ਦੱਸੋ? ਜਿਹੜਾ ਸ਼ਰਾਬ ਪੀਂਦਾ ਉਹ ਤਾਂ ਸ਼ਰਾਬ ਨੂੰ ਕਹੀ ਜਾਂਦਾ ਇੰਨੀ ਮਾੜੀ ਨਹੀਂ, ਲਾ ਲਿਆ ਕਰੋ ਘੁੱਟ, ਠੀਕ ਆ। ਜਿਹੜਾ ਸਿਗਰਟ ਪੀਂਦਾ ਉਹ ਕਹਿੰਦਾ ਇਹ ਸਾਲੀ ਚਿੱਟੀ ਜਿੰਨੀ ਖਰਾਬ ਥੋੜੀ ਆ ਸਿਗਰਟ ਯਾਰ। ਜਿਹੜਾ ਤੰਬਾਕੂ ਖਾਂਦਾ ਉਹ ਕਹਿੰਦਾ। ਪਰ ਸਾਡਾ ਇਤਿਹਾਸ ਕੀ ਕਹਿੰਦਾ? ਗੁਰੂ ਸਾਹਿਬ ਦਾ ਘੋੜਾ ਤੰਬਾਕੂ ਨੇਲ ਦੀ ਨਹੀਂ ਨੰਗਿਆ ਸੀ, ਮਾਲਵੇ ਦੀ ਗੱਲ ਆ ਨਾ ਇਹ। ਸੋ ਉੱਥੇ ਜੇ ਮੈਂ ਅੱਜ ਕਹਿ ਦਿਆਂ ਨਾ ਮੈਂ ਯਾਰ ਤੁਸੀਂ ਭੁੱਕੀ ਨੂੰ ਨਸ਼ਾ ਨਹੀਂ ਮੰਨਦੇ, ਅਫੀਮ ਘਰ ਨਹੀਂ ਪਟਦੀ, ਅਫੀਮ ਖਾ ਲਓਗੇ ਤੁਸੀਂ। ਜਿਹੜੇ ਅੱਜ ਭੁੱਕੀ ਦਾ ਮੈਨੂੰ ਕਹਿਣਾ ਪੈ ਰਿਹਾ, ਪਰ ਮੈਨੂੰ ਗਾਲਾਂ ਕੱਢਣ ਲੱਗ ਜਾਣਗੇ ਵੀ ਇਹ ਭੁੱਕੀ ਦਾ ਵਿਰੋਧ ਕਰਦਾ, ਸਰਪੰਚ ਅਫੀਮ ਦਾ ਵਿਰੋਧ ਕਰਦਾ, ਮੈਨੂੰ ਗਾਲਾਂ ਕੱਢਣ ਲੱਗ ਜਾਣਗੇ। ਆਉਣ ਵਾਲੇ ਸਮੇਂ 'ਚ ਇਹ ਸਿਸਟਮ ਬਣ ਜਾਣਾ ਪੰਜਾਬ 'ਚ। ਇੱਕ ਪਾਸੇ ਖੇਤੀ ਦੀ ਮੰਗ ਕਰੀ ਜਾਂਦੇ, ਕਹਿੰਦੇ ਭੁੱਕੀ ਅਫੀਮ ਦੀ ਖੇਤੀ ਹੋਣੀ ਚਾਹੀਦੀ ਹੈ। ਕਿਉਂ ਬਾਈ? ਉਹ ਨਸ਼ਾ ਨਹੀਂ ਭੁੱਕੀ ਅਫੀਮ, ਫਿਰ ਸ਼ਰਾਬ ਵੀ ਨਹੀਂ ਨਸ਼ਾ। ਚਿੱਟੇ ਵਾਲੇ ਕੱਲ ਨੂੰ ਜਾਇਜ਼ ਠਹਿਰਾਉਣ ਲੱਗ ਜਾਣਗੇ ਵੀ ਇਹ ਕਿਹੜਾ ਨਸ਼ਾ ਹੈਗਾ। ਸੋ ਨਸ਼ਾ ਹੈਗਾ ਕਿਸੇ ਵੀ ਤਰ੍ਹਾਂ ਦਾ ਜੀ। ਤੇ ਤੁਸੀਂ ਦੱਸੋ ਭੁੱਕੀ ਅਫੀਮ ਮੈਂ ਜਾਇਜ਼ ਮੰਨ ਲੂੰਗਾ, ਤੁਸੀਂ ਆਪਦੇ ਬੱਚੇ ਨੂੰ ਰეკਮੈਂਡ ਕਰੋਗੇ ਵੀ ਲਾ ਲਿਆ ਕਰ ਭੁੱਕੀ ਦਾ ਚਮਚਾ? ਫਿਰ ਜਿਹੜੇ ਮੰਗ ਕਰਦੇ ਉਹ ਕੌਣ ਲੋਕ ਨੇ ਜਿਹੜੇ ਕਹਿੰਦੇ ਨੇ ਕਿ ਇਹ ਦਵਾਈਆਂ 'ਚ ਪੈਂਦੀ ਆ, ਇਸ ਦੇ ਨਾਲ ਬੰਦਾ ਉੱਡੂ ਕਰਦਾ, ਪੈਗ ਲਾ ਕੇ ਬਾਂਹ ਨਹੀਂ ਫੜਦਾ, ਇਹਦੇ ਨਾਲ ਤਾਂ ਜੇ 2 ਚਮਚੇ ਖਾਲੇ ਫਿਰ ਵੀ ਬੰਦਾ ਕੰਮ ਤੇ ਜਾਂਦਾ, ਜੇ 1 ਖਾਲੇ ਫਿਰ ਵੀ ਕੰਮ ਤੇ। ਮੈਂ ਤੁਹਾਨੂੰ ਕਹਿਣਾ ਨਾ ਪੰਜਾਬ 'ਚ ਕੰਡੀਸ਼ਨਾਂ ਇਹੋ ਜਿਹੀਆਂ ਬਣ ਜਾਣੀਆਂ ਨੇ ਵੀ ਰਾਜਨੀਤਿਕ ਪਾਰਟੀਆਂ ਨੂੰ, ਇੱਕ ਮਿੰਟ ਸੀ, ਪੰਜਾਬ 'ਚ ਕੰਡੀਸ਼ਨਾਂ ਇਹੋ ਜਿਹੀਆਂ ਬਣ ਜਾਣੀਆਂ ਰਾਜਨੀਤਿਕ ਪਾਰਟੀਆਂ ਨੂੰ
ਇਹਨਾਂ ਦੀਆਂ ਯੂਨੀਅਨਾਂ ਬਣ ਜਾਣੀਆਂ ਭੁੱਕੀ ਅਫੀਮ ਚਿੱਟਾ ਸ਼ਰਾਬ ਵਾਲੇ ਦੀਆਂ ਵੀ ਦੱਸੋ ਸਾਡੇ ਹੱਕ ਦਿੰਦੇ ਹੋ ਤਾਂ ਤੁਹਾਨੂੰ ਵੋਟਾਂ ਦੇਵਾਂਗੇ। ਇਹ ਕੰਡੀਸ਼ਨਾਂ ਬਣ ਜਾਣੀਆਂ ਪੰਜਾਬ 'ਚ ਆਉਣ ਵਾਲੇ ਸਮੇਂ 'ਚ। ਕਿਉਂਕਿ ਇਹ ਗੱਲ ਤਾਂ ਕਰੀ ਆ, ਮੁਕਤਸਰ ਦੀ ਧਰਤੀ ਜਿੱਥੇ 40 ਮੁਕਤਿਆਂ ਦੀ ਧਰਤੀ, ਜਦੋਂ ਉੱਥੇ ਮਾਘੀ ਦਾ ਮੇਲਾ ਹੁੰਦਾ, ਉੱਥੇ ਇਹਨਾਂ ਨੇ ਬਕਾਇਦਾ ਇੱਕ ਰੈਲੀ ਕੱਢੀ ਕਿ ਸਾਨੂੰ ਭੁੱਕੀ ਫੀਮ ਦੀ ਖੇਤੀ ਕਰਨੀ ਚਾਹੀਦੀ ਆ। ਅਮਲੀਆਂ ਨੇ ਬਕਾਇਦਾ ਉੱਥੇ ਬੈਠ ਕੇ ਰੋਸ ਮੁਜ਼ਾਹਰਾ ਕੀਤਾ ਸੀ ਉਦੋਂ। ਲੈ ਤੁਸੀਂ ਨਸ਼ੇ ਕਿਹਾ ਨਾ ਵੀ ਪੰਚਾਇਤਾਂ ਨਸ਼ੇ ਬੰਦ ਕਰ ਦੇਣ, ਕਰ ਦਿਆਂਗੇ ਬੰਦ ਨਸ਼ੇ। ਪੁਲਿਸ ਦੇਵੇ ਸਾਨੂੰ ਪਾਵਰ। ਡੀਐਸਪੀ ਤਪੇ ਦਾ ਕਹਿੰਦਾ ਮੈਂ ਤੁਹਾਡੇ ਨਾਲ ਆ, ਐਸਐਚਓ ਤਪੇ ਦਾ ਕਹਿੰਦਾ ਮੈਂ ਤੁਹਾਡੇ ਨਾਲ ਆ। ਨਾਲ ਨਹੀਂ, ਅਸੀਂ ਨਸ਼ੇਬਾਜ਼ ਫੜਾਂਗੇ ਵੀ ਆਹ ਵੇਚਦਾ ਆਹ ਖਾਂਦਾ, ਜਿਹੜਾ ਵੇਚਦਾ ਉਹ ਤੇ ਪਰਚਾ ਦੇਣਾ ਪਊ ਪੰਚਾਇਤ ਦੇ ਕਹਿਣ ਤੋਂ। ਫਿਰ ਅਸੀਂ ਕਹਾਂਗੇ, ਫਿਰ ਅਸੀਂ ਲੋਕਾਂ ਨਾਲ ਲੜੀਏ। ਅਸੀਂ ਨਸ਼ੇ ਵਾਲੇ ਫੜਾਉਨੇ ਆ, ਤੁਸੀਂ ਛੁਡਾ ਲੈਣੇ ਹੋ। 4.5 ਸਾਲ ਸਰਪੰਚ ਰਿਹਾ, ਲਿਆਓ ਮਾਤਾ ਨੇ ਮੈਂ ਇੱਕ ਬੰਦੇ ਦੀ ਜ਼ਮਾਨਤ ਦਿੱਤੀ ਹੋਵੇ ਨਸ਼ੇ ਵਾਲੇ ਦੀ, ਜੇ ਗਏ ਹੋਏ ਨਸ਼ੇ ਵਾਲੇ ਦੇ ਖਿਲਾਫ, ਜੇ ਕੋਈ ਸੰਦਿਗਧ ਨਸ਼ੇ ਵਾਲਾ ਫੜਿਆ ਗਿਆ ਤਾਂ ਐਸਐਚਓ ਤੋਂ ਪੁੱਛ ਜ਼ਰੂਰ ਲਿਆ ਵੀ ਕਾਸ ਤੋਂ ਫੜਿਆ ਜੀ ਦੱਸਿਓ। ਜਦ ਕਿਹਾ ਵੀ ਇਹਦੇ ਖਿਲਾਫ ਨਸ਼ਾ ਸੁਲਫਾ ਪੀਂਦੇ ਨੇ ਫਲਾਨਾ ਕਰ, ਚੁੱਪ ਕਰ ਗਏ। ਘਰਦਿਆਂ ਨੂੰ ਵੀ ਕਹਿੰਦੇ ਲੈ ਕੇ ਨਾ ਜਾਇਓ ਸਾਨੂੰ। ਸਰਪੰਚ ਸਾਹਿਬ ਆਪਾਂ ਉਸੇ ਗੱਲ 'ਤੇ ਆ ਜੀ, ਇਹ ਨਸ਼ਿਆਂ ਵਾਲੀਆਂ ਗੱਲਾਂ ਤਾਂ ਅਕਸਰ ਹੀ ਹੁੰਦੀਆਂ ਨੇ, ਕਮੇਟੀਆਂ ਬਣ ਗਈਆਂ ਪਿੰਡਾਂ ਦੇ ਵਿੱਚ, ਗੱਲਾਂ ਬਾਤਾਂ ਹੋ ਰਹੀਆਂ ਨੇ। ਪਰ ਦੂਸਰੇ ਪਾਸੇ ਜੇਕਰ ਗੱਲ ਕੀਤੀ ਜਾਵੇ ਤਾਂ ਤੁਸੀਂ ਮੈਨੂੰ ਦਿਖਾ ਰਹੇ ਸੀ ਕਿ ਲਾਲਜੀਤ ਸਿੰਘ ਭੁੱਲਰ ਦੇ ਵੀ ਸਾਈਨ ਹੋਏ ਹੋਏ ਨੇ। ਬਿਲਕੁਲ ਹੋਏ। ਜਿਹੜੀਆਂ ਪੰਚਾਇਤਾਂ ਭੰਗ ਹੋਈਆਂ ਨੇ, ਜਿਹੜੇ ਪੰਚਾਇਤ ਮੰਤਰੀ ਨੇ ਉਹਨਾਂ ਦੇ ਸਾਈਨ ਹੋਏ ਨੇ। ਫਿਰ ਡਾਇਰੈਕਟਰ ਤੇ ਸਕੱਤਰ ਤੇ ਕਿਉਂ ਕਾਰਵਾਈ? ਸਵਾਲ ਇਹ ਖੜੇ ਹੁੰਦੇ ਨੇ। ਡਬਲ ਸਟੈਂਡਰਡ। ਕਹਿੰਦੇ ਬਦਲਾਅ ਆਊਗਾ, ਬਦਲਾਅ 'ਚ ਸਾਰਿਆਂ ਨੂੰ ਆਪਦੀ ਜ਼ਿੰਮੇਵਾਰੀ ਤੈਅ ਕਰਨੀ ਪਊਗੀ। ਜਾਂ ਤਾਂ ਇੱਥੇ ਜ਼ਿੰਮੇਵਾਰੀ ਤੈਅ ਹੋ ਜਾਂਦੀ, ਲਾਲਜੀਤ ਭੁੱਲਰ ਦੀ ਵੀ ਹੋ ਜਾਂਦੀ, ਡਾਇਰੈਕਟਰ ਤੇ ਕਿਉਂ ਗਾਜ ਗਿਰੀ? ਕਮਜ਼ੋਰ ਕੜੀ ਨੂੰ ਦਬਾ ਰਹੇ ਆ, ਜਿਹੜੀ ਕਮਜ਼ੋਰ ਕੜੀ ਆ ਉਹਨੂੰ ਦਬਾ ਰਹੇ, ਹਮੇਸ਼ਾ ਦਬਾ ਰਹੇ ਨੇ। ਸੋ ਮੈਂ ਤਾਂ ਕਹਿੰਦਾ ਵੀ ਪੰਚਾਇਤਾਂ ਵਾਲਾ ਸਿਸਟਮ ਤੁਸੀਂ ਭੰਗ ਹੀ ਕਰ ਦਿਓ। ਦੇਸ਼ 'ਚ ਕਿਉਂ ਪੰਚਾਇਤਾਂ ਵਾਲਾ ਸਿਸਟਮ ਰੱਖਿਆ? ਜੇ ਤੁਸੀਂ, ਕਾਂਗਰਸੀਆਂ ਨੇ ਵੀ ਇਹੀ ਹਾਲ ਕੀਤਾ ਪੰਚਾਇਤ ਦਾ, ਅਕਾਲੀਆਂ ਨੇ ਵੀ ਕੀਤਾ, ਇਹ ਆਮ ਆਦਮੀ ਉਸ ਤੋਂ ਵੱਧ ਕੇ ਕਰ ਰਹੇ। ਤੁਸੀਂ ਦੱਸੋ, ਇਹਨਾਂ ਨੇ ਸਰਪੰਚੀਆਂ ਲੜਨੀਆਂ, ਇਹਨਾਂ ਦੇ ਬੰਦੇ ਜਿਹੜੇ ਨਾਲ ਜੁੜੇ ਵੀ ਨੇ, ਲੜਨ ਜੀ ਸਦਕੇ ਲੜਨ। ਮੁੱਖ ਮੰਤਰੀ ਕਹਿੰਦਾ ਇੱਥੇ ਕਹਿੰਦਾ 5-5 ਲੱਖ ਰੁਪਇਆ ਲਾ ਕੇ ਜਾਂ 20-20 ਲੱਖ ਰੁਪਇਆ ਲਾ ਕੇ ਮੇਰੇ ਕੋਲ ਨਾ ਆਇਓ, ਫਿਰ ਵੀ ਮੈਂ ਤੁਹਾਨੂੰ ਗਰੰਟਾਂ ਦੇ ਦੂੰਗਾ ਜਾਂ ਮੈਂ ਤੁਹਾਨੂੰ ਖਾਣ ਦੇ ਦੂੰਗਾ ਪੈਸੇ। ਬਿਆਨ ਆ ਨਾ, ਬਿਆਨ ਦਾ ਕੀ ਆ? ਬਿਆਨ ਦੇ ਦਿਓ ਲੋਕਾਂ ਦੇ ਵਿਚਾਲੇ, ਵਾਹ ਵਾਹੀ ਲੁੱਟ ਲਓ, ਪਰ ਉਸ ਤੇ ਤੁਸੀਂ ਕਾਇਮ ਵੀ ਰਹੋ। ਮੁੱਖ ਮੰਤਰੀ ਸਾਹਿਬ ਤੁਸੀਂ ਕਿਹਾ ਸੀ ਵੀ ਮੈਂ ਲੋਕ ਸਭਾ ਮੈਂਬਰ ਹਾਂ ਸੰਗਰੂਰ ਤੋਂ, ਮੇਰੇ ਹਲਕੇ ਦੀ ਜਿਹੜੀ ਪੰਚਾਇਤ ਸਰਬਸੰਮਤੀ ਕਰੂ ਮੈਂ ਉਹਨੂੰ 5 ਲੱਖ ਰੁਪਇਆ ਦੇਵਾਂਗਾ। ਪਹਿਲਾਂ ਕਿਹਾ ਸੀ ਲੋਕ ਸਭਾ ਮੈਂਬਰ ਹੁੰਦੇ ਹੋਏ, ਕਿੰਨੀਆਂ ਪੰਚਾਇਤਾਂ ਨੂੰ ਦੇਤਾ ਦੱਸ ਦਿਓ ਜੀ। ਫਿਰ ਸਰਬਸੰਮਤੀ ਵਾਲੀ ਅੱਗ ਪੰਚਾਇਤਾਂ 'ਚ ਕਿਉਂ ਸਿੱਟਦੇ ਹੋ? ਮੈਂ ਇੱਕ ਕੱਲ੍ਹ ਹੀ ਇੰਟਰਵਿਊ ਦਿੱਤੀ ਸੀ, ਮੈਂ ਲੈ ਵੀ ਤੁਸੀਂ ਐਮਐਲਏ ਦੀ ਸਰਬਸੰਮਤੀ ਕਰੋ, ਮੈਂ ਆਪਦੇ ਪਿੰਡ ਤੋਂ ਪੰਜਾਬ 'ਚੋਂ 20 ਲੱਖ ਰੁਪਇਆ ਇਕੱਠਾ ਕਰਕੇ ਦਿਓ ਜੇ ਐਮਐਲਏ ਤੇ ਸਰਬਸੰਮਤੀ ਕਰ ਲਓ। ਫਿਰ ਤੁਸੀਂ ਲੋਕ ਸਭਾ ਮੈਂਬਰ ਦੀ ਸਰਬਸੰਮਤੀ ਕਰ ਲਓ, ਫਿਰ ਤੁਹਾਨੂੰ 50 ਲੱਖ ਰੁਪਇਆ ਇਕੱਠਾ ਕਰਕੇ ਦਿਓ ਪੰਜਾਬ 'ਚੋਂ ਮੰਗ ਕੇ ਵੀ ਆ ਇੱਕ ਅਸੀਂ ਲੋਕ ਸਭਾ ਦਾ ਮੈਂਬਰ ਸਰਬਸੰਮਤੀ ਨਾਲ। ਫਿਰ ਤੁਸੀਂ ਜੇ ਸਰਕਾਰ ਦੀ ਸਹਿਮਤੀ ਕਰ ਲਓ ਨਾ ਤਾਂ 10 ਕਰੋੜ ਰੁਪਇਆ ਇਕੱਠਾ ਕਰ ਦੂੰ ਪੰਜਾਬ 'ਚ ਵੀ ਅਸੀਂ ਸਰਕਾਰ ਹੀ ਸਰਬਸੰਮਤੀ ਨਾਲ ਬਣਨਾ। ਬਸ ਛੋਟੀ ਚੀਜ਼ ਨੂੰ ਦੁਬਾਰੇ ਆ ਇਹ 'ਚ ਸਿੱਟਤੀ ਉਹ ਕਾਣੀ ਵੰਡ ਕਰਨ ਵਾਸਤੇ, ਬਾਂਦਰ ਮੂਹਰੇ ਰੋਟੀ ਵੀ ਲੜੀ ਜਾਓ, ਤੁਸੀਂ ਸਰਬਸੰਮਤੀ ਕਰ ਲਓ ਯਾਰ, ਲੋਕ ਸਾਡੇ ਨਾਲ ਲੜੀ ਜਾਣਗੇ। ਮੈਂ ਕਿਹਾ ਸਰਬਸੰਮਤੀ ਜਿੱਥੇ ਹੁੰਦੀ ਆ ਵਧੀਆ ਗੱਲ ਆ, ਜਿਹੜਾ ਪਿੰਡ ਸਰਬਸੰਮਤੀ ਕਰਦਾ ਕਰੋ, ਪਰ ਜਿੱਥੇ ਤੁਸੀਂ ਇਲੈਕਸ਼ਨ ਲੜਨਾ ਚਾਹੁੰਦੇ ਹੋ ਇਲੈਕਸ਼ਨ ਵੀ ਲੜੋ, ਕੋਈ ਪ੍ਰੋਬਲਮ ਨਹੀਂ। ਜੇ ਇਲੈਕਸ਼ਨ ਲੜਦੇ ਹੋ ਤਾਂ ਲੋਕਾਂ ਨੇ ਦੇਖਣਾ ਵੀ ਇਹ ਸਾਡੇ ਪਿੰਡ ਦੇ ਕੰਮ ਕਰਵਾ ਸਕਦਾ, ਇਹ ਸਾਡੇ ਪਿੰਡ ਦੇ ਹੱਕਾਂ ਵਾਸਤੇ ਖੜ ਸਕਦਾ, ਇਹ ਪਿੰਡ ਦੀ ਲੜਾਈ ਲੜ ਸਕਦਾ, ਪਿੰਡ ਦੀ ਜਿਹੜੀ ਐਡੀ ਵੱਡਾ ਪ੍ਰੈਸ਼ਰ ਆ ਉਸ ਨੂੰ ਹੋਲਡ ਕਰ ਸਕਦਾ, ਤਾਂ ਉਸ ਨੂੰ ਪਿੰਡ ਬਣਾ ਦੇਗਾ। ਹੁਣ ਤੁਸੀਂ ਵੀ ਕੈਂਡੀਡੇਟ ਹੋ ਸਰਪੰਚੀ ਦੇ, ਮੈਂ ਵੀ ਹਾਂ। ਬਿਲਕੁਲ। ਆਪਾਂ ਜਦੋਂ ਇਲੈਕਸ਼ਨਾਂ ਦਾ ਟਾਈਮ ਆ, ਮਹੀਨਾ ਤਾਂ ਹੋ ਜੀ ਆਪਾਂ ਮਿਹਣੋ ਮਿਹਣੀ, ਉਸ ਤੋਂ ਪਹਿਲਾਂ ਮੈਂ ਤੁਹਾਨੂੰ ਨਿੰਦੀ ਜਾਵਾਂ ਵੀ ਇਹ ਸਰਪੰਚ ਨਾ ਬਣ ਜੇ, ਇਸ ਦੀ ਬੇਇੱਜ਼ਤੀ ਕਰੋ, ਇਸ ਦੀ ਹੱਤਕ ਕਰੋ, ਇਸ ਨੂੰ ਲਾ ਦਿਓ, ਇਸ ਨੂੰ ਕੁਝ ਹੋਰ ਕਰੋ। ਸੋ ਇਹ ਇਸ ਤਰ੍ਹਾਂ ਤਾਂ ਸਰਪੰਚੀਆਂ ਨਹੀਂ ਜਿੱਤੀ ਜਾਣੀਆਂ। ਬਿਲਕੁਲ, ਸਰਪੰਚੀਆਂ ਲੋਕਾਂ ਦੇ ਸਿਰ ਤੇ ਜਿੱਤੀਆਂ ਜਾਣੀਆਂ। ਲੋਕ ਅੱਜ ਕੱਲ੍ਹ ਐਡੇ ਬੇਵਕੂਫ ਵੀ ਨਹੀਂ, ਹਰ ਨੇ ਸੋਸ਼ਲ ਮੀਡੀਆ ਦੇਖਿਆ। ਚਲੋ ਸਰਪੰਚ ਲੜਨਾ ਹਰੇਕ ਖੜਾ ਹੋ ਜੇ 3 ਮਹੀਨਿਆਂ 'ਚ ਆ ਕੇ, 3 ਮਹੀਨਿਆਂ 'ਚ ਆ ਕੇ ਤੁਹਾਡੇ ਨਾਲ ਫੋਟੋਆਂ ਖਿਡਾਉਣ ਲੱਗ ਜੇ, ਐਮਐਲਏ ਨੂੰ ਲਿਆ ਕੇ ਤੁਹਾਡੇ ਪਿੰਡ ਗੇੜਾ ਮਾਰਨ ਲੱਗ ਜੇ, ਆ ਕੇ ਟਰਾਂਸਫਾਰਮ ਕੋਲੇ ਫੋਟੋ ਖਿਚਾ ਲੈ ਵੀ ਮੈਂ ਟਰਾਂਸਫਾਰਮ ਲਾ। 3 ਮਹੀਨਿਆਂ ਜਾਂ ਤਾਂ 3 ਮਹੀਨੇ ਵਾਲਾ ਕੰਮ ਦੇਖਣਾ ਲੋਕ,
ਜਾਂ ਦੇਖ ਲੈਣ ਤੁਹਾਡੇ ਨਾਲ 10 ਸਾਲਾਂ ਤੋਂ 15 ਸਾਲਾਂ ਤੋਂ ਲਗਾਤਾਰ ਤੁਹਾਡੀ ਆਵਾਜ਼ ਕੌਣ ਖੜ ਰਿਹਾ, ਕੌਣ ਤੁਹਾਡੇ ਨਾਲ ਹੈ। ਸੋ ਇਹ ਚੀਜ਼ਾਂ ਦੇਖਣਗੇ ਲੋਕ। ਸਰਪੰਚ ਸਾਹਿਬ ਜਾਂਦੇ ਜਾਂਦੇ ਟਾਈਮ ਬਹੁਤ ਹੋ ਗਿਆ ਆਪਾਂ ਨੂੰ ਗੱਲਾਂ ਕਰਦਿਆਂ ਨੂੰ, ਜਾਂਦੇ ਜਾਂਦੇ ਕੀ ਸੋਚਦੇ ਹੋ ਸੈਣੇ ਦੇ ਖਾਤਰ, ਖਾਸ ਕਰਕੇ ਆਪਦੇ ਪਿੰਡ ਦੇ ਖਾਤਰ, ਤੇ ਦੂਜੇ ਨੰਬਰ ਤੇ ਆਪਦੇ ਹਲਕੇ ਦੇ ਲਈ? ਦੇਖੋ, ਸੈਣਾ ਮੇਰੀ ਜਨਮ ਭੂਮੀ ਹੈ। ਇੱਥੇ ਸਾਡੇ ਵੰਡ ਵਡੇਰੇ ਬਜ਼ੁਰਗ ਇੱਥੇ ਪੈਦਾ ਹੋਏ। ਇਹ ਜਿਹੜੀ ਧਰਤੀ ਆ ਸਾਡੇ ਪਿੰਡ, ਇਹਨਾਂ ਵਾਸਤੇ ਸਾਡੇ ਬੜੇ ਫਰਜ਼ ਨੇ। ਜੇ ਇੱਕ ਬੰਦਾ ਸਮਝੇ ਵੀ ਆਪਦੀ ਜਨਮ ਭੂਮੀ ਦੇ ਕੀ ਫਰਜ਼ ਹੁੰਦੇ ਆ, ਸੋ ਮੈਂ ਫਰਜ਼ ਨਿਭਾਉਣ ਦੀ ਕੋਸ਼ਿਸ਼ ਕਰ ਰਿਹਾ। ਮੈਂ ਵੀ ਕੋਈ ਇਸ ਤੋਂ ਚੰਗੀ ਜ਼ਿੰਦਗੀ ਵਿਦੇਸ਼ਾਂ 'ਚ ਜਾ ਕੇ ਰਹਿ ਕੇ ਅੱਜ ਦੇ ਨੌਜਵਾਨ ਜਿਵੇਂ ਜਾ ਰਹੇ ਆ, ਤੇ ਉੱਥੇ ਮੇਰੇ ਬਹੁਤ ਚੰਗੇ ਗੋਰੇ ਗੋਰੀਆਂ ਦੋਸਤ ਨੇ, ਏ ਕਲਾਸ ਦੀ ਲਾਈਫ ਜੀ ਸਕਦਾ। ਪਰ ਮੈਂ ਇੱਥੇ ਆਇਆ ਗਰੀਬ ਗੁਰਬੇ ਦੇ ਵਿੱਚ ਵੀ ਯਾਰ ਮੈਂ ਇੱਥੇ ਕੰਮ ਕਰਨਾ। ਸੋ ਮੇਰੇ 'ਚ ਲੋਕਾਂ ਨੇ ਇੱਕ ਯਕੀਨ ਦੇਖਿਆ। ਉਹ ਯਕੀਨ ਸੀਗਾ ਵੀ ਇਹ ਬੰਦਾ ਪਿੰਡ ਦੇ ਕੰਮ ਕਰਾਊਗਾ। ਆਉਣ ਵਾਲੀ ਸਰਪੰਚੀ ਲੜੋਗੇ? ਵਧੀਆ ਸਵਾਲ ਆ ਤੁਹਾਡਾ। ਸੋ ਮੈਂ ਪਿਛਲੀ ਜਿਹੜੀ ਇਲੈਕਸ਼ਨ ਐਡੇ ਵੱਡੇ ਮਾਰਜਨ ਨਾਲ ਜਿੱਤ ਲਈ ਸੀ, ਤੇ ਮੈਂ ਜਿਹੜੇ ਪਿੰਡ ਦੇ ਕੰਮ ਸੋਚੇ ਸੀ, ਮੈਂ ਰੁਪਈਆ ਦਾ ਕਦੇ ਵੀ ਨਹੀਂ ਕੋਈ ਕਰ ਸਕਦਾ, ਪਰ ਨਾ ਮੈਂ 90% ਕੰਮ ਨਿਬੇੜ ਲਏ ਸੀ ਪਿੰਡ ਦੇ। ਸ਼ਾਨਦਾਰ ਇੱਕ ਪੰਚਾਇਤ ਕਰ ਦਿੱਤਾ, ਜਿਸ ਦਾ ਮੁੱਲ ਕਰੋੜਾਂ 'ਚ ਪਿੰਡ ਵਾਲੇ ਅੱਜ ਗਿਣ ਰਹੇ ਆ। ਬਾਜ਼ਾਰ ਦੇ ਵਿਚਾਲੇ 2 ਕਿੱਲੇ ਜ਼ਮੀਨ ਜਿਸ ਤੇ ਕਾਬਜ਼ ਸੀਗੇ, ਕਾਮਾਂ ਦੀ ਨਿਗਾਹ ਸੀ, ਉਹ ਖਾਲੀ ਕਰਾ ਕੇ ਵਧੀਆ ਸਿਸਟਮ ਤਿਆਰ ਕੀਤਾ ਲੋਕਾਂ ਦੇ ਬੈਠਣ ਦਾ। ਉੱਥੇ ਇੱਕ ਸਿਸਟਮ ਦਿੱਤਾ ਵੀ ਪੰਚਾਇਤ ਆ ਕੇ ਇੱਥੇ ਬੈਠੇ ਲੋਕਾਂ ਨੂੰ ਕਿਸੇ ਦੇ ਨਿਮ ਕੇ ਘਰੇ ਨਾ ਜਾਣਾ ਪਏ। ਉਹ ਸਿਸਟਮ ਡਿਵੈਲਪ ਕਰ ਲਿਆ। ਆਲ ਇੰਡੀਆ 'ਚ ਉਹ ਸਿਸਟਮ ਆ ਤਾਂ ਦਿਖਾਓ। ਦੂਸਰਾ, ਸਟੇਡੀਅਮ ਬਣਾਇਆ। ਸਟੇਡੀਅਮ ਅਸੀਂ ਬਣਿਆ ਕਾਰਨ ਜੇ ਲਾਭ ਸਿੰਘ ਉਗੋਕੇ ਨੂੰ ਮਰੋੜੇ ਦਿੱਤੇ ਤਾਂ ਭੱਜਿਆ ਆਇਆ, ਗ੍ਰਾਂਟ ਐਲਾਨ ਕੀਤੀ ਸਟੇਡੀਅਮ ਦੀ 5 ਲੱਖ। ਛੱਪੜ ਬਣਾਇਆ 70 ਲੱਖ ਰੁਪਈਆ ਲਾ ਕੇ, 20 ਲੱਖ ਰੁਪਏ ਦੀ ਅੰਡਰਗਰਾਊਂਡ ਪਾਈਪਲਾਈਨ ਪਾਈ ਹੈ। ਉਸ ਤੋਂ ਬਾਅਦ ਗਲੀਆਂ ਨਾਲੀਆਂ ਤੇ ਆ ਜਾਓ, ਲਾਇਬ੍ਰੇਰੀ ਤੇ ਆ ਜਾਓ, ਸਾਡੀ ਹੋਰ ਜਿਹੜੇ ਸਿਸਟਮ ਆ ਉਹਨਾਂ ਤੇ ਆ ਜਾਓ। ਇਹ ਸਾਰੇ ਸਿਸਟਮ ਤਿਆਰ ਕੀਤੇ। ਜਿੱਥੇ ਕਿਹਾ ਤੇ ਤੁਸੀਂ ਅਗਲੀ ਸਰਪੰਚੀ ਸੱਥ ਦੇ ਵਿਚਾਲੇ ਪਿੰਡ ਦੇ ਕਿਹਾ ਸੀ ਵੀ ਮੈਂ ਅਗਲੀ ਸਰਪੰਚੀ ਨਹੀਂ ਲੜਦਾ, ਕਿਹਾ ਸੀ। ਤੇ ਮੇਰੀ ਕੋਸ਼ਿਸ਼ ਸੀ ਕਿਸੇ ਨੌਜਵਾਨ ਨੂੰ ਮੂਹਰੇ ਕਰਕੇ ਜਾਵਾਂ, ਪਰ ਜੋ ਮੇਰੇ ਨਾਲ ਕੀਤਾ, ਜੋ ਮੇਰੇ ਹੱਕ ਮਾਰੇ ਆ। ਇੱਕ ਬੁੜੀ ਮਾਤਾ ਮੇਰੀ 60 ਸਾਲਾਂ ਦੀ, ਸਵੇਰੇ ਉੱਠ ਕੇ ਲਗਾਤਾਰ 20 ਸਾਲਾਂ ਤੋਂ ਗੁਰਦੁਆਰਾ ਸਾਹਿਬ ਦੀ ਸੇਵਾ ਕਰ ਰਹੀ ਆ। ਸੋ ਸਾਡੇ ਜਿਹੜੇ ਹੱਕ ਮਾਰੇ ਗਏ, ਸਾਨੂੰ ਸਸਪੈਂਡ ਕੀਤਾ ਗਿਆ। ਹੁਣ ਅੱਜ ਮੈਂ ਤੁਹਾਡੇ ਵਿਚਕਾਰ ਕਹਿਣਾ ਵੀ ਮੇਰੇ ਕਿਤੇ ਕੋਈ ਗੋਲੀ ਵੀ ਮਾਰ ਦੇਣਾ, ਮੇਰੀ ਲਾਸ਼ ਵੀ ਸਰਪੰਚੀ ਲੜੂਗੀ। ਮੈਂ ਲੋਕਾਂ 'ਚ ਜਾਵਾਂਗਾ ਵੀ ਜੇ ਤੁਹਾਡੇ ਨਹੀਂ ਕੰਮ ਕਰਾਏ ਤਾਂ ਮੈਂ ਕ੍ਰਿਤ ਕਹਾਣੀ, ਮੈਨੂੰ ਵੋਟ ਨਾ ਪਾਇਓ। ਜੇ ਤੁਹਾਡੇ ਕੰਮ ਕਰਵਾਏ ਨੇ, ਮੈਂ ਤੁਹਾਨੂੰ ਦੱਸਦਾ ਕਿਹੜੇ ਕੰਮ ਕਰਾਏ। 1200 ਤਾਂ ਪੈਨਸ਼ਨਾਂ ਲਵਾਤੀਆਂ ਸਹਿਣੇ ਵਰਗੇ ਪਿੰਡ 'ਚ। ਇੱਕ ਬੰਦਾ ਆ ਕੇ ਐ ਕਹਿ ਦੇ ਵੀ ਮੈਂ ਫੋਟੋ ਕਾਪੀ ਦੇ ਪੈਸੇ ਦਿੱਤੇ ਆ। ਪੈਨਸ਼ਨਾਂ ਦੇ ਕਾਗਜ਼ ਦਫ਼ਤਰਾਂ ਤੋਂ ਲੈ ਕੇ ਜਾ ਕੇ, ਜਿੰਨਾ ਚਿਰ ਉਹਨਾਂ ਦੇ ਆਉਂਦੇ ਨਹੀਂ ਲੈਟਰ, ਉਹਨਾਂ ਤੇ ਟਿਕਦਾ ਨਹੀਂ ਸੀ। ਅੱਜ ਮੈਂ ਤੁਹਾਨੂੰ ਦੱਸਦਾ, ਕੈਪਟਨ ਨੇ ਕਿਹਾ ਸੀ ਨਾ ਘਰ ਘਰ ਨੌਕਰੀ, ਘਰ ਘਰ ਨੌਕਰੀ ਵੀ ਦਿੱਤੀ ਆ। ਸੈਣੇ ਦੇ ਤਕਰੀਬਨ 300 ਤੋਂ 350 ਨੌਜਵਾਨਾਂ ਨੂੰ ਰੋਜ਼ਗਾਰ ਦਿੱਤਾ, 15 ਤੋਂ 17 ਲੱਖ, 15,000 ਤੋਂ 17,000 ਰੁਪਏ ਤੱਕ ਦਾ। ਪਰ ਅੱਜ ਤੱਕ ਕਿਸੇ ਨੂੰ ਦੱਸਿਆ ਨਹੀਂ। ਜਿਹੜੇ ਲੋਕ, ਜਿਹੜੀਆਂ ਫੈਕਟਰੀਆਂ ਵਾਲੇ ਜਾਂ ਜਿਹੜੇ ਅਦਾਰੇ ਮੇਰੇ ਕਹੇ ਤੋਂ ਰੱਖਦੇ ਨੇ, ਮੈਂ ਰეკਮੈਂਡੇਸ਼ਨ ਕਰਦਾ, ਉਹ ਨੌਜਵਾਨਾਂ ਨੂੰ ਰੱਖਦੇ ਨੇ, ਰੋਜ਼ਗਾਰ ਦਿੰਦੇ ਨੇ। ਉਹ ਵੀ ਮੈਂ ਮੁੰਡੇ ਅੱਜ ਤੱਕ ਲੈ ਕੇ ਨਹੀਂ ਆਇਆ ਲੋਕਾਂ ਮੂਹਰੇ ਵੀ ਜੇ ਮੈਂ ਲੈ ਆਇਆ ਤਾਂ ਇਹ ਲਾਹਣਤੀਆਂ ਨਹੀਂ ਪਤਾ ਉਹਨਾਂ ਕੋਲੇ ਪਹੁੰਚ ਕਰ ਲੈਣ ਵੀ ਇਹਦੇ ਕਹੇ ਤੋਂ ਕਿਵੇਂ ਰੱਖਦੇ ਹੋ ਤੁਸੀਂ ਬੰਦੇ। ਸਰਪੰਚੀ ਤੱਕ ਸੀਮਤ ਰਹਿਣਾ ਜਾਂ ਫਿਰ 2024 ਦੀ ਇਲੈਕਸ਼ਨ ਵੀ ਆ ਰਹੀ ਆ, MP ਦੀ, ਲੋਕ ਸਭਾ ਦੀ ਇਲੈਕਸ਼ਨ ਆ ਰਹੀ ਆ, ਉਹਦੇ 'ਚ ਵੀ ਹੱਥ ਅਜਮਾ ਕੇ ਦੇਖਣੇ ਆ? ਬਿਲਕੁਲ। ਜਦੋਂ ਇਸ ਲਾਈਨ 'ਚ ਆ ਤੇ ਮੈਂ ਕਹਿੰਦਾ ਵੀ ਮੈਂ ਤਰੱਕੀ ਨਹੀਂ ਕਰਨਾ ਚਾਹੁੰਦਾ ਤਾਂ ਇਹ ਤਾਂ ਝੂਠ ਹੋਊਗਾ। ਕਿਹੜਾ ਬੰਦਾ ਅੱਗੇ ਨਹੀਂ ਵਧਣਾ ਚਾਹੂਗਾ? ਅੱਜ ਮੈਨੂੰ ਇੰਨਾ ਕੁ ਤਾਂ ਤੁਸੀਂ ਲਾਇਕ ਬਣਾਤਾ ਨਾ ਸੈਣੇ ਵਾਲਿਆਂ ਨੇ ਵੀ MLA MP ਦੀ ਮੈਂ ਮੰਗ ਕਰਾਂ, ਪਰ ਮੈਂ ਫਿਰ ਵੀ ਕਹਿਣਾ ਵੀ ਮੈਂ ਸਰਪੰਚ ਹੀ ਨਹੀਂ ਛੱਡਦਾ, ਸਰਪੰਚ ਹੀ ਲੜੂੰਗਾ। ਇਹ ਮੇਰੀ ਇੱਜ਼ਤ ਦਾ ਸਵਾਲ ਬਣ ਗਿਆ। ਦੱਸੋ ਯਾਰ ਮੇਰਾ ਕਸੂਰ ਕੀ ਸੀ? 50-60 ਲੱਖ ਰੁਪਇਆ ਕੋਲੋਂ ਲਈ ਬੈਠਾ ਤੇ ਤੁਹਾਨੂੰ ਕਹਿਣਾ ਕੋਈ ਜਾਂਚ ਕਰ ਲਓ, ਜਾਂਚ ਕਰ ਲਓ। ਮੇਰੇ ਪੈਸੇ ਨਿਕਲੇ ਮੈਨੂੰ ਅੱਧੇ ਦੇ ਦਿਓ। ਜੇ ਮੈਂ ਖਾਦੇ ਹੋਏ ਅਰਦਾਸ ਕਰਕੇ ਚੱਲੂੰਗਾ, ਜੇ ਮੇਰੇ ਖਾਦੇ ਵੇ ਮੇਰੇ ਵੱਲ ਨਿਕਲਣਗੇ ਸਿਰ ਕਲਮ ਕਰ ਦਿਓ। ਹੋਰ ਮੈਂ ਕੀ ਦਾਵਾ ਕਰਾਂ? ਹੋਰ ਦੱਸੋ ਨਾ ਮੈਂ ਕੀ ਦਾਵਾ ਕਰਾਂ? ਹੋਰ ਮੈਂ ਕਿਹੜੀਆਂ ਆਪਣੇ 'ਚ
ਇਹੋ ਜਿਹੀਆਂ ਖੂਬੀਆਂ ਪੈਦਾ ਕਰਾਂ। ਇੱਕ ਸਰਪੰਚ 'ਚ ਕਿਹੜੀਆਂ ਖੂਬੀਆਂ ਹੋਣੀਆਂ ਚਾਹੀਦੀਆਂ ਦੱਸੋ। ਬਿਲਕੁਲ। ਲਾਭ ਸਿੰਘ ਉਗੋਕੇ ਵਰਗੇ MLA ਬਣ ਗਏ ਤੇ ਕਿਸਮਤ ਨੇ ਜਦੋਂ ਕੋਈ ਤੁਹਾਨੂੰ ਚੀਜ਼ ਦੇਣੀ ਆ ਨਾ, ਤੇ ਕਿਸਮਤ ਨੇ ਇਹ ਨਹੀਂ ਦੇਖਣਾ ਵੀ ਤੁਹਾਡੀ ਸ਼ਕਲ ਸੋਹਣੀ ਹੈ, ਕਿੰਨੇ ਸੋਹਣੇ ਕੱਪੜੇ ਪਾਏ ਆ, ਕਿੰਨਾ ਇਹਦੇ ਕੋਲ ਪੈਸਾ ਗਾ। ਕਿਸਮਤ ਨੇ ਤਾਂ ਥੱਪੜ ਮਾਰ ਕੇ ਦਿੰਦੀ ਆ, ਛੱਪੜ ਫਾੜ ਕੇ ਦਿੰਦੀ ਆ ਤੁਹਾਨੂੰ ਜਦੋਂ ਕਿਸਮਤ ਦੇਣ ਤੇ ਆ ਜਾਣ। ਕਦੇ ਰਾਬੜੀ ਦੇਵੀ ਬਿਹਾਰ ਦੀ ਮੁੱਖ ਮੰਤਰੀ ਬਣੀ, ਐਡੇ ਘਰੇ ਗਰੀਬ ਘਰੇ ਪੈਦਾ ਹੋਈ ਹੋ, ਉਸਨੇ ਕਦੇ ਸੁਪਨਾ ਲਿਆ ਵੀ ਮੈਂ ਮੁੱਖ ਮੰਤਰੀ ਬਣ ਜਾਊਂ ਇੱਕ ਸਟੇਟ ਦੀ? ਕਿਸਮਤ 'ਚ ਸੀ ਬਣ ਗਈ। ਸੋ ਮੈਂ ਕਹਿਣਾ ਵੀ ਕਿਸਮਤ ਨੇ, ਸੱਚੇ ਪਾਤਸ਼ਾਹ ਵਾਹਿਗੁਰੂ ਨੇ ਇਹਨਾਂ ਨੂੰ ਪਾਤਸ਼ਾਹੀਆਂ ਬਖਸ਼ੀਆਂ, MLA ਬਣ ਗਏ। ਇਹਨਾਂ 'ਚ ਤਾਂ ਇੰਨਾ ਕੁ ਵੀ ਟੈਲੈਂਟ ਨਹੀਂ ਵੀ ਸਰਪੰਚ ਦੇ ਬਰਾਬਰ, ਜਿੰਨਾ ਕੁ ਸਰਪੰਚ ਨੂੰ ਤਜਰਬਾ ਉਹਨਾਂ ਕੁ ਇਹਨਾਂ ਨੂੰ ਤਜਰਬਾ ਹੋਵੇ। ਇਹ ਵੀ ਇਹਨਾਂ 'ਚ ਟੈਲੈਂਟ ਹੈ ਨਹੀਂਗਾ। ਬਿਲਕੁਲ। ਮੈਂ ਸਰਦਾਰ ਸਿਮਰਜੀਤ ਸਿੰਘ ਮਾਨ ਵਰਗੇ ਲੀਡਰ ਦੇਖੇ ਨੇ, ਸਾਡੇ ਪੰਚਾਇਤ ਘਰ ਰਹੇ, ਸਰਪੰਚ ਦੀ ਕੁਰਸੀ ਤੇ ਬੈਠਣ ਨੂੰ ਕਿਹਾ, ਬਿਲਕੁਲ ਨਹੀਂ ਬੈਠੇ। ਇਹ ਜਿੱਥੇ ਜਾਂਦੇ ਆ, ਜਿਹੜੇ ਅਦਾਰੇ 'ਚ ਜਾਂਦੇ ਆ, ਜਿਹੜੇ ਆਫਿਸ 'ਚ ਜਾਂਦੇ ਆ, ਬੜਾ ਸਤਿਕਾਰ ਹੁੰਦਾ ਇੱਕ ਕੁਰਸੀ ਦਾ, ਚਾਹੇ ਪ੍ਰਿੰਸੀਪਲ ਦੀ ਆ, ਚਾਹੇ ਕਿਸੇ ਡਾਇਰੈਕਟਰ ਦੀ ਆ, ਚਾਹੇ ਕਿਸੇ ਵੀ ਇਹਦਾ ਸਰਪੰਚ ਦੀ ਆ, ਚਾਹੇ ਕਿਸੇ ਵੀ ਮਹਿਕਮੇ ਨਾਲ, ਇਹ ਜਾ ਕੇ ਪਹਿਲਾਂ ਬਹਿੰਦੇ ਉਹਨਾਂ ਦੀ ਕੁਰਸੀ ਤੇ ਆ। ਸੋ ਲਿਆਕਤ ਸਿੱਖਣੀ ਪਊ। ਇਹ ਚੀਜ਼ਾਂ ਸਿੱਖੀਆਂ ਨਹੀਂ, ਫਿਰ ਉੱਥੇ ਜਾਂਦੇ ਆ ਜਦੋਂ ਦਫ਼ਤਰਾਂ 'ਚ, ਫਿਰ ਫਾਈਲਾਂ ਐ ਨਾ ਪਤਾ ਵੀ ਇਹ ਫਾਈਲ 'ਚ ਕੀ ਆ, ਕਿਹੜੇ ਕੁਐਸਚਨ ਕਰਨੇ ਆ, ਕਿਹੜਾ ਕੰਮ ਇਹਨਾਂ ਦਾ ਦੇਖਣਾ, ਜਦੋਂ ਕੋਈ ਇਹਨਾਂ ਨੂੰ ਐਕਸਪੀਰੀਅੰਸ ਹੀ ਹੈ ਨਹੀਂਗਾ। ਸੋ ਮੈਂ ਤਾਂ ਪੰਜਾਬ ਦੇ ਲੋਕਾਂ ਨੂੰ ਕਹਿਣਾ ਵੀ ਘਸਾ ਕੇ ਬਣਾਓ ਇਹੋ ਜਿਹੀਆਂ ਚੀਜ਼ਾਂ, ਜੇ ਬਣਾਉਣੇ ਇਹੋ ਜਿਹੀਆਂ ਚੀਜ਼ਾਂ ਨਾ ਕਰੋ। ਇੱਕ ਮੈਂਬਰ ਬਣਦਾ, ਇੱਕ ਸਰਪੰਚ ਬਣਦਾ, ਗਰਾਊਂਡ ਲੈਵਲ ਤੇ ਲੋਕਾਂ ਦੀਆਂ ਪਤਾ ਦੁੱਖ ਤਕਲੀਫਾਂ ਕੀ ਆ, ਉਹ ਅੱਗੇ ਵੱਧਦਾ, ਬਲਾਕ ਸੰਮਤੀ, ਜ਼ਿਲ੍ਹਾ ਪਰਿਸ਼ਦ, ਇਹ ਘੱਟੋ ਘੱਟ ਹੋਣੀਆਂ ਚਾਹੀਦੀਆਂ ਕੰਡੀਸ਼ਨਾਂ। ਦੂਸਰੀ ਗੱਲ ਵੀ ਸਰਕਾਰਾਂ ਜਿਹੜੀਆਂ ਪੰਚਾਇਤਾਂ ਦੇ ਹੱਕ ਮਾਰ ਰਹੀਆਂ, ਮੈਂ ਤਾਂ ਕਹਿਣਾ ਵੀ ਇਹ ਪੰਚਾਇਤ ਸਿਸਟਮ ਖਤਮ ਕਰ ਦਿਓ ਤੁਸੀਂ ਯਾਰ, ਅੱਕੇ ਪਏ ਆ ਅਸੀਂ। ਤੁਸੀਂ ਆਪਦੇ ਨੋਮੀਨੇਟ ਕਰਕੇ ਬੰਦਾ ਲਾ ਲਿਆ ਕਰੋ, ਜਿਹਦੀ ਸਰਕਾਰ ਆ ਗਈ ਵੀ ਭਾਈ ਸਾਡਾ ਤਾਂ ਆਹ ਸਰਪੰਚ ਹੈ। ਬਿਲਕੁਲ। ਤਾਂ ਅਸੀਂ ਅੱਜ ਗੱਲਬਾਤ ਆ ਜਿਹੜੀ ਉਹ ਇਹ ਕੀਤੀ ਆ, ਇੱਥੇ ਇਸ ਵਕਤ ਬੈਠੇ ਹੋਏ ਸੀ ਪਿੰਡ ਸਹਿਣਾ, ਜਿਹੜਾ ਕਿ ਭਦੌੜ ਹਲਕੇ ਦਾ ਨਹੀਂ, ਪੂਰੇ ਪੰਜਾਬ ਦਾ ਸਭ ਤੋਂ ਵੱਡਾ ਪਿੰਡ ਮੰਨਿਆ ਜਾਂਦਾ ਗਾ, ਜਿੱਥੇ ਕਿ 11,500 ਦੇ ਕਰੀਬ ਵੋਟ ਆ, ਆਬਾਦੀ ਆ। ਤਾਂ ਉੱਥੇ ਅਸੀਂ ਸਰਪੰਚ ਸਾਹਿਬ ਦੇ ਨਾਲ ਜਿਹੜੀ ਕਿ ਥੋੜ੍ਹਾ ਟਾਈਮ ਮੁਲਾਕਾਤ ਕੀਤੀ ਆ। ਤਾਂ ਇਸ ਮੁਲਾਕਾਤ ਦੇ ਵਿੱਚੋਂ ਆਸ ਆ ਕਿ ਬਹੁਤ ਕੁਝ ਨਿਕਲੂਗਾ। ਅੱਗੇ ਚੱਲ ਕੇ ਹੋਰ ਪਿੰਡਾਂ ਦੇ ਜਿਹੜੇ ਸਰਪੰਚ ਸੀ, ਜਿਨ੍ਹਾਂ ਨੂੰ ਭੰਗ ਕਰ ਦਿੱਤਾ ਗਿਆ ਸੀ, ਜਿਨ੍ਹਾਂ ਦੇ ਹਜੇ ਕੰਮ ਕਰਨ ਵਾਲੇ ਰਹਿੰਦੇ ਸੀ, ਤਾਂ ਉਹਨਾਂ ਨਾਲ ਮੁਲਾਕਾਤ ਕਰਨ ਦੀ ਕੋਸ਼ਿਸ਼ ਕਰਾਂਗੇ। ਤੁਸੀਂ ਜੁੜੇ ਰਹਿਣਾ ਇੰਡੋਜ਼ TV ਦੇ ਨਾਲ। ਮੇਰੇ ਸਹਿਯੋਗੀ ਸਾਥੀ ਦੀਪ ਦੇ ਨਾਲ ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਇਜਾਜ਼ਤ। ਧੰਨਵਾਦ।